ਸਤਿਨਾਮ। ਧੰਨ ਵਾਹਿਗੁਰੂ ਸਾਹਿਬ ਜੀਓ। ਗੁਰੂ ਗਰੀਬ ਨਿਵਾਜ, ਕਿਛ ਰੂਪ ਨਹੀਂ, ਕਿਛ ਜਾਤ ਨਾਹੀ, ਕਿਛ ਢੰਗ ਨਾ ਮੇਰਾ। ਕਿਆ ਮੂੰਹ ਲੈ ਬੋਲਾਂ ਗੁਣ ਬਿਹੂਣ, ਨਾਮ ਜਪਿਆ ਨਾ ਤੇਰਾ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਆਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਏਹੀ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਏਹੀ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਪਤਿਤ ਪਾਵਨ ਕਿਰਪਾ ਨਿਧਾਨ ਵਾਲੀਏ ਕੁਲ ਆਲਮ, ਗਿਆਨ ਦੇ ਸਾਗਰ ਗੁਰਬਾਣੀ ਦੇ ਮੁਜਸਮੇ ਸਰਵਰੇ ਕਾਇਨਾਤ, ਦੀਨ ਦੁਨੀਆ ਦੇ ਪਾਤਸ਼ਾਹ, ਦੀਨ ਦੁਨੀਆ ਦੇ ਰਹਿਬਰ, ਸਮੁੱਚੀ ਮਾਨਵਤਾ ਦੀ ਇਕਲੌਤੀ ਆਸ ਹਾਜ਼ਰ ਨਾਜ਼ਰ ਸਤਿਗੁਰੂ, ਗੁਰੂਆਂ ਦੇ ਗੁਰੂ, ਪੀਰਾਂ ਦੇ ਪੀਰ, ਸੰਤਾਂ ਦੇ ਸੰਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਬਾਰਗਾਹ ਦੇ ਅੰਦਰ ਸੁਸ਼ੋਭਿਤ ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਜੀ ਕਾ ਖਾਸ ਰੂਪ, ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਵਡਭਾਗੇ ਹਾਂ, ਵੱਡੇ ਭਾਗ ਨੇ ਸਾਡੇ ਸਾਰਿਆਂ ਦੇ, ਜੋ ਸਾਹਿਬਾਂ ਦੀ ਪਾਵਨ
ਗੋਦ ਵਿੱਚ ਬੈਠ ਕੇ ਜੀਵਨ ਦੀਆਂ ਇਹ ਘੜੀਆਂ ਸਫਲੀਆਂ ਕਰ ਰਹੇ ਹਾਂ। ਸਦ ਸੰਗਤ ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਜੀ ਬਖਸ਼ਿਸ਼ ਕਰਦੇ ਨੇ। ਭਾਈ ਸਾਹਿਬ ਕਹਿੰਦੇ ਨੇ, ਖੁਸ਼ ਬਵਦ ਉਮਰ ਕੇ ਦਰਿਆਦ ਬੇਗੁਜ਼ਰਦ, ਵਰਨੈ ਚੈ ਹਾਸਲ ਅਸਤ ਅਜੀ ਗੁੰਬਦੇ ਕਬੂਦ ਮਰਾ। ਭਾਵ ਜ਼ਿੰਦਗੀ ਦਾ ਉਹ ਸਮਾਂ ਸਭ ਤੋਂ ਵਧੀਆ ਹੈ, ਸਭ ਤੋਂ ਚੰਗਾ ਹੈ, ਸਭ ਤੋਂ ਭਾਗਾਂ ਵਾਲਾ ਹੈ, ਜਿਹੜਾ ਸਮਾਂ ਉਸ ਅਕਾਲ ਪੁਰਖ ਪਰਮਾਤਮਾ ਦੀ ਸਿਫਤ ਸਲਾਹ ਦੇ ਵਿੱਚ ਗੁਜ਼ਾਰਿਆ ਜਾਵੇ। ਆਪਾਂ ਜਿਤਨੇ ਵੀ ਮਾਈ ਭਾਈ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹਾਂ, ਸਾਡੇ ਸਭ ਦੇ ਹੀ ਵੱਡੇ ਭਾਗ ਨੇ ਜੋ ਸਾਨੂੰ ਉਸ ਅਕਾਲ ਪੁਰਖ ਪਰਮਾਤਮਾ ਦੀ ਸਿਫਤ ਸਲਾਹ ਕਰਨ ਦਾ ਇਹ ਸੁਭਾਗ ਸਮਾਂ, ਇਹ ਸੁਭਾਗ ਅਵਸਰ ਪ੍ਰਾਪਤ ਹੋਇਆ ਹੈ। ਜਿਹਨੂੰ ਭਗਤ ਕਬੀਰ ਸਾਹਿਬ ਕਹਿੰਦੇ, ਕਬੀਰ ਏਕ ਘਰੀ ਆਦਿ ਘਰੀ, ਆਦਿ ਹੂੰ ਤੇ ਆਦ, ਭਗਤਨ ਸੇਤੀ ਗੋਸਟੇ, ਜੋ ਕੀਨੇ ਸੋ ਲਾਭ। ਕੋਈ ਮਨੁੱਖ ਅੱਧੀ ਤੋਂ ਅੱਧੀ ਘੜੀ, ਅੱਧੀ ਤੋਂ ਅੱਧੀ ਘੜੀ ਗੁਰੂ ਦੀ ਸੰਗਤ ਵਿੱਚ ਬੈਠ ਜਾਵੇ ਤੇ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਸਾਰੀ ਜ਼ਿੰਦਗੀ ਉਹਨੂੰ ਲਾਭ ਹੀ ਲਾਭ ਪ੍ਰਾਪਤ ਹੁੰਦਾ ਹੈ। ਸਦ ਸੰਗਤ ਆਪਾਂ ਸਾਰੇ ਰਲ ਮਿਲ ਕੇ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਾਰ ਫਰਜ਼ੰਦ ਬਾਬਾ ਅਜੀਤ ਸਿੰਘ ਸਾਹਿਬ, ਬਾਬਾ ਜੁਝਾਰ ਸਿੰਘ ਸਾਹਿਬ, ਬਾਬਾ ਜੋਰਾਵਰ ਸਿੰਘ ਸਾਹਿਬ ਤੇ ਬਾਬਾ ਫਤਿਹ ਸਿੰਘ ਸਾਹਿਬ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ। ਆਪ ਸਰਬੱਤ ਸੰਗਤਾਂ ਦੂਸਰੇ ਦਿਨ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਜਿੱਥੋਂ ਦਾਸ ਨੇ ਰਾਤੀ ਇਤਿਹਾਸ ਦੀ ਲੜੀ ਛੱਡੀ ਸੀ, ਉੱਥੋਂ ਹੀ ਦਾਸ ਨੇ ਇਤਿਹਾਸ ਦੀ ਲੜੀ ਜੋ ਹੈ ਉਹ ਪ੍ਰਾਰੰਭ ਕਰਨੀ ਹੈ। ਮੇਰੇ ਤੋਂ ਪਹਿਲਾਂ ਬੜੇ ਪਿਆਰ ਦੇ ਨਾਲ ਆਪ ਸਰਬੱਤ ਸੰਗਤਾਂ ਨੇ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕੀਤਾ ਹੈ। ਆਓ ਭਾਗਾਂ ਵਾਲਿਓ, ਕੁਝ ਸਮਾਂ ਦਾਸ ਨੇ ਆਪ ਜੀ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣੀ ਹੈ। ਬੜੇ ਪਿਆਰ ਦੇ ਨਾਲ, ਬੜੀ ਭਾਵਨਾ ਦੇ ਨਾਲ ਆਪਾਂ ਗੁਰੂ ਦੀ ਗੋਦ ਵਿੱਚ ਬੈਠ ਕੇ ਵਿਚਾਰਾਂ ਸਰਵਣ ਕਰਨੀਆਂ ਨੇ। ਕਥਾ ਵਾਸਤੇ ਇੱਕ ਮਾਹੌਲ ਚਾਹੀਦਾ ਹੈ। ਜਿੰਨਾ ਚਿਰ ਉਹ ਮਾਹੌਲ ਨਾ ਬਣੇ, ਨਾ ਤੇ ਬੋਲਣ ਵਾਲੇ ਨੂੰ ਆਨੰਦ ਆਉਂਦਾ ਹੈ, ਨਾ ਸੁਣਨ ਵਾਲਿਆਂ ਨੂੰ ਆਨੰਦ ਆਉਂਦਾ ਹੈ, ਨਾ ਬਕਤੇ ਨੂੰ ਆਨੰਦ ਆਉਂਦਾ ਹੈ ਤੇ ਨਾ ਸਰੋਤਿਆਂ ਨੂੰ ਆਨੰਦ ਆਉਂਦਾ ਹੈ। ਇਸ ਕਰਕੇ ਆਪਾਂ ਉਹ ਮਾਹੌਲ ਬਣਾਉਣਾ ਹੈ ਤਾਂ ਜੋ ਦਾਸ ਨੂੰ ਵੀ ਕਥਾ ਕਰਨ ਦਾ ਆਨੰਦ ਆਵੇ ਤੇ ਆਪ ਸਰਬੱਤ ਸੰਗਤਾਂ ਨੂੰ ਇਤਿਹਾਸ ਸਰਵਣ ਕਰਨ ਦਾ ਆਨੰਦ ਆਵੇ। ਸੋ ਆਓ ਗੁਰੂ ਸਾਹਿਬ ਕਿਰਪਾ ਕਰਨ। ਵਿਚਾਰਾਂ ਦੀ ਪ੍ਰਾਰੰਭਤਾ ਕਰਨ ਤੋਂ ਪਹਿਲਾਂ ਦਸ਼ਮੇਸ਼ ਪਿਤਾ ਸਰਬੰਸ ਦਾਨੀ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਨਾਲ ਸਾਂਝ ਪਾਈਏ ਜੀ। ਇੱਕੋ ਵਾਰੀ ਕਹਿਣ ਤੇ ਬੁਲਾਓ ਜੀ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤ ਸੰਗਤ, ਰਾਤ ਦੇ ਦੀਵਾਨਾਂ ਦੇ ਵਿੱਚ ਮੈਂ ਬੇਨਤੀ ਕੀਤੀ ਸੀ ਕਿ ਜਦੋਂ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਹੁੰਦੀ ਹੈ, ਉਸ ਤੋਂ ਬਾਅਦ
ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਆਨੰਦਪੁਰ ਸਾਹਿਬ ਦੀ ਧਰਤੀ ਤੇ ਫੌਜਾਂ ਤਿਆਰ ਕਰਦੇ ਨੇ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨਗਾਰਾ ਤਿਆਰ ਕਰਵਾਉਂਦੇ ਨੇ ਤੇ ਜਦੋਂ ਉਹ ਨਗਾਰਾ ਸਵੇਰੇ ਸ਼ਾਮ ਵੱਜਦਾ ਏ ਪਹਾੜੀ ਰਾਜਿਆਂ ਦੇ ਦਿਲ ਕੰਬਦੇ ਨੇ। ਆਨੰਦਪੁਰ ਦੀ ਧਰਤੀ ਤੇ ਖਾਲਸੇ ਦਾ ਨਿਸ਼ਾਨ ਝੂਲਦਾ ਏ ਤੇ ਉਹ ਨਿਸ਼ਾਨ ਪਹਾੜੀ ਰਾਜਿਆਂ ਨੂੰ ਚੁੱਭਦਾ ਏ, ਪਹਾੜੀ ਰਾਜਿਆਂ ਨੂੰ ਚੰਗਾ ਨਹੀਂ ਲੱਗਦਾ। ਸਾਧ ਸੰਗਤ, ਜੇ ਮੈਂ ਅੱਜ ਦੀ ਗੱਲ ਕਰਾਂ ਤੇ ਅੱਜ ਵੀ ਕਈਆਂ ਨੂੰ ਸਾਡਾ ਜੋ ਨਿਸ਼ਾਨ ਸਾਹਿਬ ਹੈ ਉਹ ਚੁੱਭਦਾ ਏ, ਬਹੁਤਿਆਂ ਨੂੰ ਚੰਗਾ ਨਹੀਂ ਲੱਗਦਾ। ਹੁਣ ਸਾਧ ਸੰਗਤ ਧਿਆਨ ਦੇਣਾ, ਇਹਨਾਂ ਪਹਾੜੀ ਰਾਜਿਆਂ ਨੇ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੇ ਨਾਲ ਪਹਿਲੀ ਜੰਗ ਕੀਤੀ, ਜਿਹਨੂੰ ਆਪਾਂ ਭੰਗਾਣੀ ਦਾ ਯੁੱਧ ਕਹਿੰਦੇ ਆ। ਜਿੱਥੋਂ ਜੰਗਾਂ ਦਾ ਦੌਰ ਸ਼ੁਰੂ ਹੋਇਆ, ਯੁੱਧਾਂ ਦਾ ਦੌਰ ਸ਼ੁਰੂ ਹੋਇਆ। ਇੱਥੇ ਮੈਂ ਇੱਕ ਬੇਨਤੀ ਕਰਾਂਗਾ, ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਿਨ੍ਹਾਂ ਦੇ ਨਾਂ ਤੇ ਇਹ ਗੁਰਦੁਆਰਾ ਬਣਿਆ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਨਾਂ ਤੇ ਇਹ ਗੁਰਦੁਆਰਾ ਹੈ। ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਨ੍ਹਾਂ ਦੇ ਬਾਬਤ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਦਸਤਗੀਰ ਹੋਏ ਪੰਜ ਪੀਰ, ਹਰ ਗੁਰ ਹਰ ਗੋਬਿੰਦ ਅਤੁਲਾ, ਦੀਨ ਦੁਨੀ ਦਾ ਪਾਤਸ਼ਾਹ, ਪਾਤਸ਼ਾਹਾਂ ਪਾਤਸ਼ਾਹ ਅਡੋਲਾ। ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ, ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ, ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ, ਵੱਡ ਜੋਧਾ ਬਹੁ ਪਰ ਉਪਕਾਰੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਭਾਗਾਂ ਵਾਲਿਓ ਤਾਰਾ ਚੰਦ ਨੂੰ ਰਿਹਾ ਕਰਵਾਉਂਦੇ ਨੇ। ਤਾਰਾ ਚੰਦ ਦਾ ਪੁੱਤ ਹੈ ਦੀਪ ਚੰਦ ਤੇ ਦੀਪ ਚੰਦ ਦਾ ਪੁੱਤ ਹੈ ਭੀਮ ਚੰਦ। ਫਿਰ ਬੇਨਤੀ ਸਰਵਣ ਕਰਿਓ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗਵਾਲੀਅਰ ਦੇ ਕਿਲੇ ਦੇ ਵਿੱਚੋਂ 52 ਰਾਜਿਆਂ ਨੂੰ ਰਿਹਾ ਕਰਵਾਉਂਦੇ ਨੇ। ਉਹਨਾਂ 52 ਰਾਜਿਆਂ ਦਾ ਮੁਖੀ ਹੈ ਤਾਰਾ ਚੰਦ, ਜਿਹੜਾ ਪਹਾੜੀ ਰਾਜਾ ਹੈ। ਤਾਰਾ ਚੰਦ ਨੂੰ ਗੁਰੂ ਹਰਗੋਬਿੰਦ ਸਾਹਿਬ ਰਿਹਾ ਕਰਵਾਉਂਦੇ ਨੇ। ਤਾਰਾ ਚੰਦ ਦਾ ਪੁੱਤ ਹੈ ਦੀਪ ਚੰਦ ਤੇ ਦੀਪ ਚੰਦ ਦਾ ਪੁੱਤ ਹੈ ਭੀਮ ਚੰਦ। ਇੱਧਰ ਗੁਰੂ ਹਰਗੋਬਿੰਦ ਸਾਹਿਬ ਦੇ ਸੁਪੁੱਤਰ ਨੇ ਗੁਰੂ ਤੇਗ ਬਹਾਦਰ ਮਹਾਰਾਜ ਤੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਸੁਪੁੱਤਰ ਨੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ। ਹੁਣ ਗੁਰੂ ਹਰਗੋਬਿੰਦ ਸਾਹਿਬ ਤਾਰਾ ਚੰਦ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਕਰਵਾਉਂਦੇ ਨੇ ਤੇ ਤਾਰਾ ਚੰਦ ਦਾ ਪੋਤਰਾ ਹੈ ਭੀਮ ਚੰਦ ਤੇ ਇੱਧਰ ਰਿਹਾ ਕਰਵਾਉਣ ਵਾਲੇ ਗੁਰੂ ਹਰਗੋਬਿੰਦ ਸਾਹਿਬ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਦਾ ਪੋਤਰਾ ਹੈ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ। ਤੇ ਸਾਧ ਸੰਗਤ, ਭੀਮ ਚੰਦ ਗੁਰੂ ਸਹਿਬਾਨਾਂ ਦੇ ਕੀਤੇ ਹੋਏ ਪਰ ਉਪਕਾਰਾਂ ਨੂੰ ਭੁੱਲ ਕੇ, ਉਹਨੂੰ ਚੇਤਾ ਹੀ ਭੁੱਲ ਗਿਆ ਭੀਮ ਚੰਦ ਨੂੰ ਕਿ ਮੇਰੇ ਦਾਦਾ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਦਾਦਾ ਜੀ ਨੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਰਿਹਾ ਕਰਵਾਇਆ ਸੀ। ਏਡਾ ਵੱਡਾ ਪਰ ਉਪਕਾਰ ਕੀਤਾ ਸਾਡੇ ਉੱਤੇ, ਸਾਡੇ ਪਰਿਵਾਰ ਦੇ ਉੱਤੇ, ਤੇ ਸਾਰੇ ਪਰ ਉਪਕਾਰ ਭੁੱਲ ਕੇ ਅੱਜ ਭੀਮ ਚੰਦ ਉਸੇ ਦਾਦੇ ਦੇ ਪੋਤਰੇ ਦੇ ਉੱਤੇ ਹਮਲਾ ਕਰਦਾ ਏ। ਉਹਨਾਂ ਨਾਲ ਪਹਿਲਾ ਯੁੱਧ ਲੜਦਾ ਏ ਜਿਸ ਦਾਦੇ ਦੇ ਪੋਤਰੇ ਨੇ, ਜਿਸ ਪੋਤਰੇ ਦੇ ਦਾਦੇ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਭੀਮ ਚੰਦ ਦੇ ਦਾਦੇ ਤਾਰਾ ਚੰਦ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਕਰਵਾਇਆ ਸੀ। ਸਾਧ ਸੰਗਤ, ਪਹਿਲਾ ਯੁੱਧ ਭੰਗਾਣੀ ਦਾ ਯੁੱਧ, ਪਹਿਲੀ ਜੰਗ ਭੰਗਾਣੀ ਦੀ ਜੰਗ। ਇੱਥੋਂ ਯੁੱਧਾਂ ਦਾ ਦੌਰ ਸ਼ੁਰੂ ਹੁੰਦਾ ਹੈ, ਜੰਗਾਂ ਦਾ ਦੌਰ ਸ਼ੁਰੂ ਹੁੰਦਾ ਹੈ ਤੇ ਸਮਾਂ ਆਉਂਦਾ ਹੈ ਸਨ 1704 ਦਾ। ਸਮਾਂ ਆਉਂਦਾ ਹੈ ਸਨ 1704 ਦਾ। 1704 ਦੇ ਵਿੱਚ ਮੁਗਲ ਫੌਜਾਂ ਤੇ ਪਹਾੜੀ ਰਾਜਿਆਂ ਨੇ, ਮੁਗਲ ਫੌਜਾਂ ਤੇ ਪਹਾੜੀ ਰਾਜਿਆਂ ਨੇ ਆਨੰਦਪੁਰ ਸਾਹਿਬ ਨੂੰ ਘੇਰਾ ਪਾਇਆ। 1704 ਮਈ ਮਹੀਨੇ ਦੇ ਵਿੱਚ ਮੁਗਲ ਫੌਜਾਂ ਤੇ ਪਹਾੜੀ ਰਾਜੇ ਆਨੰਦਪੁਰ ਸਾਹਿਬ ਨੂੰ ਘੇਰਾ ਪਾਉਂਦੇ ਨੇ
ਤੇ ਸਾਡਾ ਇਤਿਹਾਸ ਕਹਿੰਦਾ ਏ ਲਗਭਗ 7 ਮਹੀਨੇ ਇਹ ਘੇਰਾ ਚੱਲਿਆ। 7 ਮਹੀਨੇ ਮਈ ਦੇ ਵਿੱਚ ਘੇਰਾ ਪਾਇਆ ਤੇ ਦਸੰਬਰ ਮਹੀਨੇ ਤੱਕ ਇਹ ਘੇਰਾ ਚੱਲਿਆ, ਜਿਹੜਾ ਮੁਗਲ ਫੌਜਾਂ ਤੇ ਪਹਾੜੀ ਰਾਜਿਆਂ ਨੇ ਆਨੰਦਪੁਰ ਸਾਹਿਬ ਨੂੰ ਪਾਇਆ। ਹੁਣ ਸਾਧ ਸੰਗਤ ਧਿਆਨ ਦੇਣਾ, ਅੱਜ ਕਈ ਦਿਨ ਹੋ ਗਏ ਨੇ ਆਨੰਦਪੁਰ ਸਾਹਿਬ ਨੂੰ ਘੇਰਾ ਪਿਆ ਹੋਇਆ। ਜੋ ਕੁਝ ਵੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ, ਸਿੰਘਾਂ ਦੇ ਕੋਲ ਕਿਲੇ ਦੇ ਅੰਦਰ ਖਾਣ ਵਾਸਤੇ ਸੀ, ਉਹ ਸਾਰਾ ਕੁਝ ਖਤਮ ਹੋ ਗਿਆ। ਇੱਥੋਂ ਤੱਕ ਜਿਹੜਾ ਪੀਣ ਵਾਲਾ ਪਾਣੀ ਸੀ ਉਹ ਵੀ ਕਿਲੇ ਦੇ ਅੰਦਰੋਂ ਖਤਮ ਹੋ ਗਿਆ। ਤੇ ਆਨੰਦਪੁਰ ਸਾਹਿਬ ਨੂੰ ਜਿਹੜਾ ਪਾਣੀ ਵਾਲਾ ਸੂਆ ਜਾਂਦਾ ਸੀ, ਪਾਣੀ ਵਾਲੀ ਨਹਿਰ ਜਾਂਦੀ ਸੀ, ਉਹ ਵੀ ਇਹਨਾਂ ਨੇ ਮਿੱਟੀ ਦੇ ਨਾਲ ਪੂਰ ਦਿੱਤੀ ਤੇ ਉਹਦਾ ਮੂੰਹ ਕਿਸੇ ਹੋਰ ਪਾਸੇ ਵੱਲ ਕਰ ਦਿੱਤਾ, ਕਿਸੇ ਹੋਰ ਪਾਸੇ ਵੱਲ ਕਰ ਦਿੱਤਾ ਵੀ ਨਾ ਤੇ ਹੁਣ ਅੰਦਰ ਖਾਣ ਵਾਸਤੇ ਪ੍ਰਸ਼ਾਦਾ ਹੈ ਤੇ ਨਾ ਪੀਣ ਵਾਸਤੇ ਪਾਣੀ ਹੈ। ਤੇ ਇਹਨਾਂ ਭੁੱਖ ਦੇ ਸਤਾਇਆਂ ਨੇ ਪਿਆਸ ਤੋਂ ਦੁਖੀ ਹੋ ਕੇ, ਕਿਉਂਕਿ ਗਰਮੀਆਂ ਦੇ ਦਿਨ ਨੇ, ਗਰਮੀਆਂ ਦੇ ਦਿਨ ਨੇ, ਆਪਾਂ ਸਾਰੇ ਜਾਣਦੇ ਆ ਸਾਧ ਸੰਗਤ, ਲਗਭਗ ਮਈ ਮਹੀਨੇ ਦੇ ਵਿੱਚ ਪੰਜਾਬ ਦੇ ਵਿੱਚ ਗਰਮੀ ਜਿਹੜੀ ਹੈ ਨਾ ਭਰ ਜੋਬਨ ਦੇ ਵਿੱਚ ਹੁੰਦੀ ਹੈ। ਤੇ ਉਹ ਜਿਹੜੀ ਗਰਮੀ ਹੈ ਉਹ ਬਰਦਾਸ਼ਤ ਕਰਨੀ ਬਹੁਤ ਮੁਸ਼ਕਲ ਹੈ। ਔਰ ਲਗਭਗ ਮਈ, ਜੂਨ, ਜੁਲਾਈ ਤੇ ਅਗਸਤ, ਇਹ 4 ਮਹੀਨੇ ਬਹੁਤ ਜ਼ਿਆਦਾ ਗਰਮੀ ਪੈਂਦੀ ਹੈ, ਬਹੁਤ ਕਹਿਰਾਂ ਦੀ ਗਰਮੀ ਪੈਂਦੀ ਹੈ। ਤੇ ਮੈਂ ਕਹਿੰਦਾ ਬੰਦਾ ਦਿਹਾੜੀ ਦੇ ਵਿੱਚ ਨਾ, ਦਿਹਾੜੀ ਦੇ ਵਿੱਚ 20-20, 25-25 ਗਲਾਸ ਪਾਣੀ ਦੇ ਪੀਂਦਾ, ਇੰਨੀ ਗਰਮੀ ਪੈਂਦੀ ਹੈ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦੀ ਧਰਤੀ ਤੇ। ਹੁਣ ਸਾਧ ਸੰਗਤ ਧਿਆਨ ਦੇਣਾ, ਨਾ ਖਾਣ ਵਾਸਤੇ ਪ੍ਰਸ਼ਾਦਾ ਹੈ, ਨਾ ਪੀਣ ਵਾਸਤੇ ਪਾਣੀ ਹੈ, ਉੱਤੋਂ ਮਈ ਦਾ ਮਹੀਨਾ ਹੈ ਤੇ ਕਹਿਰਾਂ ਦੀ ਗਰਮੀ ਹੈ, ਕਹਿਰਾਂ ਦੀ ਗਰਮੀ। ਇਹ ਮੁਗਲ ਤੇ ਪਹਾੜੀ ਰਾਜੇ ਸੋਚਦੇ ਨੇ ਕਿ ਜਦੋਂ ਇਹਨਾਂ ਨੂੰ ਖਾਣ ਵਾਸਤੇ ਪ੍ਰਸ਼ਾਦਾ ਨਾ ਮਿਲਿਆ, ਇਹਨਾਂ ਨੂੰ ਪੀਣ ਵਾਸਤੇ ਪਾਣੀ ਨਾ ਮਿਲਿਆ, ਇਹਨਾਂ ਭੁੱਖ ਦੇ ਸਤਾਇਆਂ ਨੇ ਸਾਡੇ ਅੱਗੇ ਹੱਥ ਜੋੜ ਦੇਣੇ ਨੇ, ਸਾਡੇ ਅੱਗੇ ਗੋਡੇ ਟੇਕ ਦੇਣੇ ਨੇ ਤੇ ਇਹਨਾਂ ਨੇ ਆਨੰਦਪੁਰ ਨੂੰ ਖਾਲੀ ਕਰ ਦੇਣਾ ਹੈ, ਇਹਨਾਂ ਨੇ ਆਨੰਦਪੁਰ ਛੱਡ ਦੇਣਾ ਹੈ। ਕਿੰਨੇ ਕੁ ਦਿਨ ਰਹਿਣਗੇ ਪ੍ਰਸ਼ਾਦੇ ਤੋਂ ਬਿਨਾ, ਪਾਣੀ ਤੋਂ ਬਿਨਾ? ਪਰ ਧਿਆਨ ਦੇਣਾ ਸਾਧ ਸੰਗਤ, ਉਹ ਪਹਾੜੀ ਰਾਜੇ, ਉਹ ਮੁਗਲ ਫੌਜਾਂ ਇਹ ਨਹੀਂ ਸਨ ਜਾਣਦੇ ਵੀ ਇਹ ਭੁੱਖ ਦੇ ਸਤਾਏ ਨਹੀਂ, ਇਹ ਭੁੱਖ ਦੇ ਸਤਾਏ ਨਹੀਂ, ਇਹ ਤੇ ਹਰ ਰੋਜ਼ ਅੰਮ੍ਰਿਤ ਵੇਲੇ ਜਪਜੀ ਸਾਹਿਬ ਦੇ ਪਾਠ ਵਿੱਚ ਪੜ੍ਹਦੇ ਨੇ, ਕੇਤਿਆਂ ਦੁਖ ਭੂਖ ਸਦ ਮਾਰ, ਇਹ ਭੇਦ ਦਾਤ ਤੇਰੀ ਦਾਤਾਰ। ਧਿਆਨ ਦੇਣਾ ਸਾਧ ਸੰਗਤ, ਮੈਂ ਇਸ ਪੰਕਤੀ ਦੇ ਥੋੜੇ ਜਿਹੇ ਅਰਥ ਕਰਾਂਗਾ, ਥੋੜੀ ਜੀ ਇਹਦੀ ਵਿਆਖਿਆ ਕਰਾਂਗਾ। ਕਈ ਵਾਰੀ ਨਾ ਅਸੀਂ ਘਰ ਬਣਾਉਂਦੇ ਆ, ਕਈ ਵਾਰੀ ਅਸੀਂ ਘਰ ਬਣਾਉਂਦੇ ਆ ਤੇ ਘਰ ਦੇ ਬਾਹਰ ਅਸੀਂ ਇੱਕ ਪਲੇਟ ਦੇ ਉੱਤੇ ਇਹ ਪੰਕਤੀ ਲਿਖ ਦਿੰਦੇ ਆ, ਇਹ ਭੇਦ ਦਾਤ ਤੇਰੀ ਦਾਤਾਰ। ਕਈ ਵਾਰੀ ਅਸੀਂ ਮੰਨ ਲਓ ਵੱਡਾ ਸਾਰਾ ਟਰਾਲਾ ਲਿਆ, ਉਹਦੇ ਪਿੱਛੇ ਪੰਕਤੀ ਲਿਖਾ ਦਿੱਤੀ, ਇਹ ਭੇਦ ਦਾਤ ਤੇਰੀ ਦਾਤਾਰ। ਤੇ ਆਮ ਜਿਹੜੀਆਂ ਕਾਰਾਂ ਨੇ ਨਾ, ਮੈਂ ਬਹੁਤੀਆਂ ਕਾਰਾਂ ਦੇ ਪਿੱਛੇ ਸ਼ੀਸ਼ੇ ਦੇ ਉੱਤੇ ਇਹ ਪੰਕਤੀਆਂ ਲਿਖੀਆਂ ਵੇਖੀਆਂ ਨੇ, ਇਹ ਭੇਦ ਦਾਤ ਤੇਰੀ ਦਾਤਾਰ। ਮਾਫ ਕਰਨਾ ਸਾਧ ਸੰਗਤ, ਇਹਦੇ ਅਰਥ ਇਹ ਨਹੀਂ, ਇਹਦਾ ਮਤਲਬ ਇਹ ਨਹੀਂ ਵੀ ਅਸੀਂ ਘਰ ਬਣਾਇਆ ਤੇ ਅਸੀਂ ਲਿਖ ਲਿਆ ਇਹ ਭੇਦ ਦਾਤ ਤੇਰੀ ਦਾਤਾਰ, ਗੱਡੀ ਲਈ ਤੇ ਅਸੀਂ ਉਹਦੇ ਪਿੱਛੇ ਲਿਖ ਲਿਆ ਇਹ ਭੇਦ ਦਾਤ ਤੇਰੀ ਦਾਤਾਰ। ਮੈਂ ਨਹੀਂ ਕਹਿੰਦਾ ਵੀ ਸ਼ੁਕਰਾਨਾ ਨਹੀਂ ਕਰਨਾ ਚਾਹੀਦਾ। ਜੇ ਘਰ ਬਣਾਇਆ ਹੈ ਨਾ, ਜੇ ਘਰ ਬਣਾਇਆ ਹੈ, ਜੇ ਗੱਡੀ ਲਈ ਹੈ, ਈਵਨ ਕੋਈ ਵੀ ਦਾਤ ਸਾਨੂੰ ਰੱਬ ਨੇ ਦਿੱਤੀ ਹੈ ਤੇ ਸਾਨੂੰ ਉਸ ਰੱਬ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ, ਸਾਨੂੰ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ। ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ, ਮਹਾਰਾਜ ਨੇ ਤੇ ਕਿਹਾ ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀਆ। ਮਹਾਰਾਜ ਕਹਿੰਦੇ ਜਿਸ ਰੱਬ ਨੇ ਸਾਰਾ ਕੁਝ ਦਿੱਤਾ, ਜਿਸ ਪਰਮਾਤਮਾ ਨੇ ਸਾਰਾ ਕੁਝ ਦਿੱਤਾ, ਕਦੀ ਵੀ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਉਹਦਾ ਚੇਤਾ ਨਹੀਂ ਭੁਲਾਉਣਾ, ਉਹਦਾ ਚੇਤਾ ਨਹੀਂ ਭੁਲਾਉਣਾ, ਉਹਨੂੰ ਹਰ ਵੇਲੇ ਯਾਦ ਕਰਨਾ ਹੈ, ਉਹਦਾ ਹਰ ਵੇਲੇ ਸ਼ੁਕਰਾਨਾ ਕਰਨਾ ਹੈ। ਤੁਸੀਂ ਪੜ੍ਹੋ ਪਾਵਨ ਬਾਣੀ, ਮਹਾਰਾਜ ਨੇ ਤੇ ਬਾਣੀ ਚ ਕਿਹਾ ਸੋ ਪ੍ਰਭ ਕਦੇ ਨਾ ਵਿਸਰੈ ਜਿਨ ਸਭ ਕਿਛ ਦੀਨਾ ਰਾਮ। ਭਾਈ ਜਿਸ ਰੱਬ ਨੇ ਤੈਨੂੰ ਸਾਰਾ ਕੁਝ ਦਿੱਤਾ, ਜਿਸ ਪਰਮਾਤਮਾ ਨੇ ਤੈਨੂੰ ਸਾਰਾ ਕੁਝ ਦਿੱਤਾ, ਮਹਾਰਾਜ ਕਹਿੰਦੇ ਨੇ ਉਸ ਰੱਬ ਦਾ ਸ਼ੁਕਰਾਨਾ ਕਰ, ਉਸ ਪਰਮਾਤਮਾ ਦਾ ਸ਼ੁਕਰਾਨਾ ਕਰ।
ਪੰਜਵੇਂ ਪਾਤਸ਼ਾਹ ਦਾ ਇੱਕ ਬੜਾ ਪਿਆਰਾ ਬਚਨ ਆਉਂਦਾ ਹੈ, ਜਿਹਦੇ ਵਿੱਚ ਮਹਾਰਾਜ ਨੇ ਸ਼ੁਕਰਾਨੇ ਦੀ ਗੱਲ ਕੀਤੀ ਹੈ। ਮਹਾਰਾਜ ਕਹਿੰਦੇ ਨੇ, ਇਸ ਪਾਨੀ ਤੇ ਜਿੰਤੂ ਘਰਿਆ, ਮਾਟੀ ਕਾਲੇ ਦੇਹੁਰਾ ਕਰਿਆ, ਉਕਤ ਜੋਤ ਲੈ ਸੁਰਤ ਪ੍ਰੀਖਿਆ, ਮਾਤ ਗਰਭ ਮੈਂ ਜਿਨ ਤੂੰ ਰਾਖਿਆ, ਰਾਖਣ ਹਾਰ ਸਮਾਰ ਜਨਾ, ਸਗਲੇ ਛੋੜ ਵਿਚਾਰ ਮਣਾ। ਜਿਨ ਦੀਏ ਤੁਧ ਬਾਪ ਮਹਿਤਾਰੀ, ਜਿਨ ਦੀਏ ਭਰਾਤ ਪੁਤਹਾਰੀ, ਜਿਨ ਦੀਏ ਤੁਧ ਬਣਤਾ ਅਰਮੀਤਾ, ਤਿਸ ਠਾਕੁਰ ਕੋ ਰੱਖ ਲੇਹੋ ਚੀਤਾ। ਉਹ ਜਿਨੇ ਤੈਨੂੰ ਮਾਂ ਪਿਓ ਦਿੱਤਾ, ਜਿਨੇ ਤੈਨੂੰ ਪਤਨੀ ਦਿੱਤੀ, ਜਿਨੇ ਤੈਨੂੰ ਧੀਆਂ ਪੁੱਤਰ ਦਿੱਤੇ, ਗੁਰੂ ਅਰਜਨ ਸਾਹਿਬ ਕਹਿੰਦੇ ਨੇ ਉਸ ਰੱਬ ਨੂੰ ਸਦਾ ਆਪਣੇ ਮਨ ਵਿੱਚ ਵਸਾ ਕੇ ਰੱਖ। ਜਿਨ ਦੀਆ ਤੁਧ ਪਵਨ ਅਮੋਲਾ, ਜਿਨ ਦੀਆ ਤੁਧ ਨੀਰ ਨਿਰਮੋਲਾ, ਜਿਨ ਦੀਆ ਤੁਧ ਪਾਵਕ ਬਲਨਾ, ਤਿਸ ਠਾਕੁਰ ਕੀ ਰਹੋ ਮਨ ਸ਼ਰਨਾ। ਪੇਖਣ ਕੋ ਨੇਤਰ, ਜਿਨੇ ਤੈਨੂੰ ਵੇਖਣ ਵਾਸਤੇ ਅੱਖਾਂ ਦਿੱਤੀਆਂ, ਪੇਖਣ ਕੋ ਨੇਤਰ, ਸੁਣਨ ਕੋ ਕਰਨਾ, ਜਿਹਨੇ ਸੁਣਨ ਵਾਸਤੇ ਕੰਨ ਦਿੱਤੇ। ਬਹੁਤ ਨੇ ਇਸ ਸੰਸਾਰ ਦੇ ਉੱਤੇ ਜਿਨ੍ਹਾਂ ਨੂੰ ਅੱਖਾਂ ਤੇ ਦਿੱਤੀਆਂ ਨੇ ਪਰ ਵੇਖ ਨਹੀਂ ਸਕਦੇ। ਬਹੁਤ ਨੇ ਇਸ ਸੰਸਾਰ ਦੇ ਵਿੱਚ ਜਿਨ੍ਹਾਂ ਨੂੰ ਕੰਨ ਤੇ ਦਿੱਤੇ ਨੇ ਪਰ ਸੁਣ ਨਹੀਂ ਸਕਦੇ। ਬਹੁਤ ਨੇ ਇਸ ਸੰਸਾਰ ਦੇ ਵਿੱਚ ਜਿਹਨੂੰ ਰੱਬ ਨੇ ਜ਼ਬਾਨ ਤੇ ਦਿੱਤੀ ਹੈ ਪਰ ਬੋਲ ਨਹੀਂ ਸਕਦੇ। ਭਾਗਾਂ ਵਾਲਿਓ, ਬਹੁਤ ਨੇ ਇਸ ਸੰਸਾਰ ਦੇ ਵਿੱਚ ਜਿਨ੍ਹਾਂ ਨੂੰ ਰੱਬ ਨੇ ਹੱਥ ਦਿੱਤੇ ਨੇ ਪਰ ਕੰਮ ਨਹੀਂ ਕਰ ਸਕਦੇ। ਤੇ ਇਸ ਸੰਸਾਰ 'ਚ ਉਹ ਵੀ ਹੈਗੇ ਨੇ ਜਿਨ੍ਹਾਂ ਨੂੰ ਰੱਬ ਨੇ ਪੈਰ ਤੇ ਦਿੱਤੇ ਨੇ ਪਰ ਚੱਲ ਫਿਰ ਨਹੀਂ ਸਕਦੇ, ਚੱਲ ਫਿਰ ਨਹੀਂ ਸਕਦੇ। ਕਈ ਵਾਰੀ ਨਾ ਅਸੀਂ ਰੱਬ ਨਾਲ ਗਿਲਾ ਕਰਦੇ ਹਾਂ, ਕਈ ਵਾਰੀ ਅਸੀਂ ਰੱਬ ਨੂੰ ਮਿਹਣਾ ਮਾਰਦੇ ਹਾਂ ਵੀ ਰੱਬਾ ਤੂੰ ਸਾਨੂੰ ਦਿੱਤਾ ਕੱਖ ਨਹੀਂ। ਮਾਫ ਕਰਨਾ ਭਾਗਾਂ ਵਾਲਿਓ, ਸਭ ਤੋਂ ਵੱਡੀ ਦਾਤ ਹੈ ਤੰਦਰੁਸਤੀ। ਸਭ ਤੋਂ ਵੱਡੀ ਦਾਤ ਹੈ ਤੰਦਰੁਸਤੀ। ਜਿਹਨੂੰ ਤੰਦਰੁਸਤੀ ਮਿਲ ਗਈ ਉਹਨੂੰ ਸਾਰਾ ਕੁਝ ਮਿਲ ਗਿਆ। ਤੇ ਜਿਹਨੂੰ ਸਾਰਾ ਕੁਝ ਮਿਲ ਗਿਆ, ਜੇ ਕੋਲ ਤੰਦਰੁਸਤੀ ਨਹੀਂ ਨਾ ਹੈਗੀ ਤੇ ਸਾਰਾ ਕੁਝ ਉਹਨੂੰ ਜ਼ਹਿਰ ਲੱਗਦਾ ਹੈ, ਸਾਰਾ ਕੁਝ ਉਹਨੂੰ ਜ਼ਹਿਰ ਲੱਗਦਾ ਹੈ। ਸਭ ਤੋਂ ਵੱਡੀ ਦਾਤ ਹੈ ਰੱਬ ਦੀ ਤੰਦਰੁਸਤੀ। ਤੇ ਜੇ ਰੱਬ ਨੇ ਤੰਦਰੁਸਤੀ ਦਿੱਤੀ ਹੈ ਨਾ, ਜੇ ਤੁਹਾਡਾ ਸਰੀਰ ਤੰਦਰੁਸਤ ਹੈ ਤੇ ਕਰੋੜਾਂ ਵਾਰ ਰੱਬ ਦਾ ਸ਼ੁਕਰਾਨਾ ਕਰੋ, ਕਰੋੜਾਂ ਵਾਰ ਪਰਮਾਤਮਾ ਦਾ ਸ਼ੁਕਰਾਨਾ ਕਰੋ ਕਿ ਇਹ ਰੱਬ ਜੀ, ਇਹ ਪਰਮਾਤਮਾ ਜੀ, ਸਭ ਤੋਂ ਵੱਡੀ ਦਾਤ ਹੈ ਤੁਹਾਡੀ ਜਿਹੜੀ ਤੁਸੀਂ ਮੈਨੂੰ ਤੰਦਰੁਸਤੀ ਦਿੱਤੀ ਹੈ। ਮਹਾਰਾਜ ਮੈਂ ਸਵੇਰੇ ਸ਼ਾਮ ਗੁਰਦੁਆਰੇ ਤੇ ਜਾ ਸਕਦਾ, ਮੈਂ ਸਤ ਸੰਗਤ ਤੇ ਕਰ ਸਕਦਾ, ਮੈਂ ਬਾਣੀ ਪੜ੍ਹ ਸਕਦਾ, ਮੈਂ ਨਾਮ ਜਪ ਸਕਦਾ, ਮੈਂ ਰੱਬ ਦੀ ਭਗਤੀ ਕਰ ਸਕਦਾ। ਤੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਪੇਖਣ ਕੋ ਨੇਤਰ, ਜਿਹਨੇ ਵੇਖਣ ਵਾਸਤੇ ਅੱਖਾਂ ਦਿੱਤੀਆਂ, ਪੇਖਣ ਕੋ ਨੇਤਰ, ਸੁਣਨ ਕੋ ਕਰਨਾ, ਸੁਣਨ ਵਾਸਤੇ ਕੰਨ ਦਿੱਤੇ, ਹਸਤ ਕਮਾਵਣ, ਬਾਸਨ ਰਸਨਾ, ਬੋਲਣ ਵਾਸਤੇ ਜ਼ਬਾਨ ਦਿੱਤੀ, ਚਰਨ ਚਲਣ ਕੋ ਸਿਰ ਕੀਨੋ ਮੇਰਾ, ਮਨ ਤਿਸ ਠਾਕੁਰ ਕੇ ਪੂਜੋ ਸਦ ਪੈਰਾ। ਬੜੇ ਪ੍ਰਮਾਣ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ, ਜਿਹਦੇ ਵਿੱਚ ਮਹਾਰਾਜ ਬਾਰ-ਬਾਰ ਕਹਿੰਦੇ ਨੇ ਭਾਈ ਰੱਬ ਦਾ ਸ਼ੁਕਰਾਨਾ ਕਰ, ਪਰਮਾਤਮਾ ਦਾ ਸ਼ੁਕਰਾਨਾ ਕਰ। ਮਹਾਰਾਜ ਨੇ ਤੇ ਕਿਹਾ, ਜਿਹ ਪ੍ਰਸਾਦ ਛਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰਖ ਮਨ ਮਾਹੇ। ਜਿਹ ਪ੍ਰਸਾਦ ਸੁਗੰਧਿਤ ਤਨ ਲਾਵੈ, ਤਿਸ ਕੋ ਸਿਮਰਤ ਪਰਮਗਤ ਪਾਵੈ। ਜਿਹ ਪ੍ਰਸਾਦ ਬਸੈ ਸੁਖ ਮੰਦਰ, ਤਿਸੇ ਧਿਆਏ ਸਦਾ ਮਨ ਅੰਦਰ। ਜਿਹ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਣ ਜੋਗ। ਭਗਤ ਧੰਨਾ ਜੀ ਦਾ ਇੱਕ ਬੜਾ ਪਿਆਰਾ ਬਚਨ ਆਉਂਦਾ ਹੈ, ਜਿਹਦੇ ਵਿੱਚ ਭਗਤ ਧੰਨਾ ਜੀ ਸ਼ੁਕਰਾਨੇ ਦੀ ਗੱਲ ਕਰਦੇ ਨੇ। ਭਗਤ ਧੰਨਾ ਜੀ ਕਹਿੰਦੇ ਨੇ, ਰੇ ਚਿਤ ਚੇਤਸ ਕੀਨਾ ਦਿਆਲ ਦਮੋਦਰ, ਬਿਬੇ ਨਾ ਜਾਣਸ ਕੋਈ, ਜੇ ਧਾਵੇ ਬ੍ਰਹਮੰਡ ਖੰਡ ਕੋ, ਕਰਤਾ ਕਰੇ ਸੋ ਹੋਈ। ਜਨਨੀ ਕੇਰੇ ਉਦਰ ਉਦਕ ਮੇ, ਪਿੰਡ ਕੀਆ 10 ਦੁਆਰਾ, ਦੇ ਆਹਾਰ ਅਗਨ ਮੈਂ ਰਾਖੈ, ਐਸਾ ਖਸਮ ਹਮਾਰਾ। ਕੁੰਮੀ ਜਲ ਮਾਹੇ ਤਨ ਤਿਸ ਬਾਹਰ, ਪੰਖ ਖੀਰ ਤਿੰਨ ਨਾਹੀ, ਪੂਰਨ ਪਰਮਾਨੰਦ ਮਨੋਹਰ, ਸਮਝ ਦੇਖ ਮਨ ਮਾਹੀ। ਪਾਖਾਨ ਕੀਟ ਗੁਪਤ ਹੋਏ ਰਹਿਚੋ, ਤਾਂਚੋ ਮਾਰਗ ਨਾਹੀ, ਕਹੈ ਧੰਨਾ ਪੂਰਨ ਤਾਹੀ ਕੋ, ਮਤ ਰੇ ਜੀ ਡਰਾਹੀ। ਇਸ ਸ਼ਬਦ ਦੇ ਵਿੱਚ ਭਗਤ ਧੰਨਾ ਜੀ ਕਹਿੰਦੇ ਨੇ, ਉਹ ਬੰਦਿਆ ਉਸ ਰੱਬ ਦਾ ਸ਼ੁਕਰਾਨਾ ਕਰ, ਉਸ ਪਰਮਾਤਮਾ ਦਾ ਸ਼ੁਕਰਾਨਾ ਕਰ। ਜੇ ਸ਼ੁਕਰਾਨੇ ਦੀ ਗੱਲ ਕਰੀਏ, ਮਹਾਰਾਜ ਨੇ ਤੇ ਕਿਹਾ, ਦਿਨ ਰਾਤੀ ਅਰਾਧੋ ਪਿਆਰੋ, ਨਿਮਖ ਨਾ ਕੀਜੈ ਢੀਲਾ। ਮਹਾਰਾਜ ਕਹਿੰਦੇ ਦਿਨ ਰਾਤ ਉਸ ਰੱਬ ਦੀ ਭਗਤੀ ਕਰ, ਉਸ ਪਰਮਾਤਮਾ ਦੀ ਭਗਤੀ ਕਰ। ਤੇ ਦਿਨ ਤੇ ਰਾਤ 24 ਘੰਟੇ ਹੁੰਦੇ ਨੇ। ਇਹਦਾ ਮਤਲਬ ਪਾਤਸ਼ਾਹ ਕਹਿੰਦੇ 24 ਘੰਟੇ
उस रब नूं, उस परमात्मा नूं अपने चित्त दे विच वसा के रख। जे शुकराने की गल करिए, महाराज ने क्या, ऊठत बैठत सोवत ध्याइयै मार्ग चलत हरे हर गाइए। पातशाह ते कहते ऊठत बैठत सोवत नाम कहो नानक जन के सद काम। पातशाह कहते तेरा काम ही ये है रब की भगती करनी, परमात्मा की भगती करनी। रोज पढ़ते हैं ना रहराज साहिब जी की पावन बाणी दे विच गुरु अर्जन साहब किरपा करते ने, भई प्राप्त मानुख देहुरिया गोबिंद मिलन की एह तेरी बरिया, अवर काज तेरे किते ना काम मिल साध संगत भज केवल नाम। जे शुकराने की गल करिए, महाराज ने तो क्या, कवन काज सिरजे जग भीतर जन्म कवन फल पाया, भवनिद तरन तारण चिंता मन, एक निमख न ए मन लाया, गोबिंद हम ऐसे अपराधी, जिन प्रभ जियो पिंड था दिया तिसकी भाव भगत नहीं साधी। महाराज कहते उस रब का शुकराना करना है, उस परमात्मा का शुकराना करना है। ते जेड़ी मैं बेनती कर रहा सी, असी कई बारी घर बनाउने आ, गड्डी लैने आ ते ओदे अगे ये पंक्तियां लिखा लैने आ, एह भे दात तेरी दातार। असल दे विच इस पंक्ति दे अर्थ की ने, ध्यान देना साध संगत, तुसी सारे सियाणे समझदार ते बाणी पढ़न वाले बैठे हो। जदों आपां गुरु ग्रंथ साहब की बाणी पढ़ते हैं ना, ते गुरु ग्रंथ साहब की बाणी दे विच एक शब्द आउंदा है। वो शब्द किहड़ा है? नानक बोलन झखना दुख छड्ड मंगीए सुख, सुख दुख दोएदार कपड़े पहरे जाए मनुख। गुरु साहब कहते जो बच्चे का जन्म हुंदा है ना, जो बच्चे का जन्म हुंदा है ते सब तो पहला बच्चे नूं कपड़े पाए जाते हैं। किसी बच्चे का जन्म होया ते वध तो वध 2-4 मिनट बाद असी उन्होंने कपड़े पा दिंने भी किते उहदे शरीर नूं हवा ना लग जाए। ते माफ करना जी, वो कपड़े मरण तक उस बच्चे दे नाल रहिंदे ने। पातशाह कहंदे ने जिस तरह कपड़े मरण तक बच्चे दे नाल रहिंदे ने, सिखा तेरी जिंदगी दे विच सुख भी आउणे ने, तेरी जिंदगी दे विच दुख भी आउणे ने। ये सुख ते दुख सदा तेरे नाल रहने ने। सुख भी आउणे ने, दुख भी आउणे ने, खुशियां भी आउणियां ने, गमियां भी आउणियां ने। ते ये सुख दुख नाल नाल चलने ने, सुख दुख नाल नाल चलने ने। ते हुंदा की है? हुंदा की है? जदों ते असी हुंदे आ सुखी, जदों असी हुंदे आ सुखी, उदों असी बड़े खुश हुंदे आ। सानू रब भुल जांदा, सानू परमात्मा भुल जांदा। ते माफ करना, जिदण दुख आ गया उदण असी रब नूं मेहणे मारने शुरू कर दिंदे आ, परमात्मा नूं मेहणे मारने शुरू कर दिंदे आ। गुरु साहब कहंदे नहीं, जदों तू सुखी सी उदों तू खुश सी, अज दुख आ गया अज दुखी ना हो, अज भी खुश रह। जदों तू सुखी सी, जदों तू सुखी सी उदों भी रब दा शुकराना करना है। ते जे अज दुख आ गया तां भी डोलना नहीं, घबराउणा नहीं, तां भी रब दा शुकराना करना है, तां भी परमात्मा दा शुकराना करना है। ते महाराज इत्थे ये गल समझाउंदे ने, केतियां दुख भूख सद मार, भी तेरे जीवन दे विच करोड़ां तेनू दुख सहने पैणे ने, करोड़ां तेनू भुखां सहणियां पैणियां ने। केतियां दुख भूख सदमार, कई तेनू दुख सहने पैणे ने, कई वार तेनू भुखां सहणियां पैणियां ने। ते डोली ना, घबराई ना, रब नाल गिला ना करी, रब नूं मेहणा ना मारी, खुश रही, चढ़दी कला दे विच रही। एह भेदात तेरी दातार। जे वड्डे तो वड्डा दुख आ गया ना ते रब नूं माड़ा ना कही, इनू रब दी दात समझी, रब दी दात, इनू रब दी दात समझी। जिन्हों बाबा जी बाणी च कहंदे ने, सतगुर होए दयाल तां दुख ना जानी है। जदों गुरु दयाल हुंदा है ना, भागा वालिओ, वड्डे तो वड्डा दुख आ जावे घर दे विच ते गुरसिख परवाह नहीं करदा। गुरसिख चढ़दी कला दे विच रहिंदा है, चढ़दी कला दे विच, चढ़दी कला दे विच। महाराज ने क्या, गुरमुख होए सो भाणा मन्ने, सहजे हर रस पीजै। जेड़ा गुरमुख है ना, वो हमेशा रब दे भाणे नूं मनदा, परमात्मा दे भाणे नूं मनदा। वड्डे तो वड्डा दुख आ जावे, तकलीफां आ जाण, दुखां दे पहाड़ टुट जाण, वो खुश रहिंदा है, वो चढ़दी कला दे विच रहिंदा है, वो डोलदा नहीं, वो घबराउंदा नहीं, वो डिप्रैशन दे विच नहीं जांदा, बल्कि वो दुख नूं भी रब दी दात समझ के खिड़े मत्थे प्रवान कर लैंदा है। ते
ਤੇ ਪਹਾੜੀਆਂ ਨੇ ਇਹ ਸੋਚਿਆ ਕਿਲੇ ਦੇ ਅੰਦਰ ਨਾ ਖਾਣ ਵਾਸਤੇ ਪ੍ਰਸ਼ਾਦਾ ਏ ਤਾਂ ਨਾ ਪੀਣ ਵਾਸਤੇ ਪਾਣੀ ਏ, ਤੇ ਇਹਨਾਂ ਭੁੱਖ ਦੇ ਸਤਾਇਆਂ ਨੇ ਆਨੰਦਪੁਰ ਖਾਲੀ ਕਰ ਦੇਣਾ ਏ। ਤੇ ਉਹਨਾਂ ਮੁਗਲਾਂ ਪਹਾੜੀਆਂ ਨੂੰ ਨਹੀਂ ਸੀ ਪਤਾ ਇਹ ਭੁੱਖ ਦੇ ਸਤਾਏ ਨਹੀਂ, ਇਹ ਤੇ ਅੰਮ੍ਰਿਤ ਵੇਲੇ ਉੱਠ ਕੇ ਹਰ ਰੋਜ਼ ਪੜ੍ਹਦੇ ਨੇ ਕੇਤਿਆਂ ਦੁੱਖ ਭੂਖ ਸਦ ਮਾਰ, ਇਹ ਭੇਦਾਤ ਤੇਰੀ ਦਾਤਾਰ। ਸੱਚ ਜਾਣਿਓ ਸਾਧ ਸੰਗਤ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਤੇ ਗੁਰੂ ਸਾਹਿਬ ਦੇ ਸਿੰਘਾਂ ਨੇ ਅਕਾਲ ਪੁਰਖ ਦਾ ਸ਼ੁਕਰ ਕਰਦਿਆਂ ਹੋਇਆਂ ਰੱਬ ਦੇ ਭਾਣੇ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ। ਮਹਾਰਾਜ ਰੱਬ ਦੀ ਰਜ਼ਾ ਦੇ ਵਿੱਚ, ਰੱਬ ਦੇ ਭਾਣੇ ਦੇ ਵਿੱਚ ਖੁਸ਼ ਨੇ। ਹੁਣ ਸਾਧ ਸੰਗਤ, ਅੱਜ ਕਈ ਦਿਨ ਹੋ ਗਏ ਨੇ ਜੀ ਪ੍ਰਸ਼ਾਦਾ ਛਕਿਆ, ਅੱਜ ਕਈ ਦਿਨ ਹੋ ਗਏ ਨੇ ਪਾਣੀ ਪੀਤਿਆਂ, ਨਾ ਪਾਣੀ ਮਿਲਿਆ ਨਾ ਪ੍ਰਸ਼ਾਦਾ ਮਿਲਿਆ। ਵੇਖੋ ਜੀ, ਇੱਥੇ ਮੈਂ ਇੱਕ ਬੇਨਤੀ ਕਰਾਂਗਾ, ਭੁੱਖ ਜਿਹੜਾ ਹੈ ਨਾ, ਭੁੱਖ ਬਹੁਤ ਵੱਡਾ ਦੁੱਖ ਹੈ। ਭੁੱਖ ਜਿਹੜੀ ਹੈ, ਭੁੱਖ ਬਹੁਤ ਵੱਡਾ ਦੁੱਖ ਹੈ। ਮਸਕੀਨ ਸਾਹਿਬ ਇੱਕ ਬਹੁਤ ਵਧੀਆ ਗੱਲ ਕਹਿੰਦੇ ਆ। ਮਸਕੀਨ ਸਾਹਿਬ ਕਹਿੰਦੇ ਨੇ ਬੰਦਾ ਇੱਕ ਦਿਨ ਭੁੱਖਾ ਰਹਿ ਸਕਦਾ ਹੈ, ਬੰਦਾ 2 ਦਿਨ ਭੁੱਖਾ ਰਹਿ ਸਕਦਾ ਹੈ, ਬੰਦਾ 3 ਦਿਨ ਭੁੱਖਾ ਰਹਿ ਸਕਦਾ ਹੈ, ਚੌਥਾ ਦਿਨ ਚੜ੍ਹਦਿਆਂ ਬੰਦੇ ਦੀਆਂ ਧਾਹਾਂ ਨਿਕਲ ਜਾਣਗੀਆਂ, ਮੇਰੇ ਕੋ ਭੁੱਖ ਨਹੀਂ ਬਰਦਾਸ਼ਤ ਹੁੰਦੀ, ਮੈਨੂੰ ਭੋਜਨ ਚਾਹੀਦਾ ਏ, ਮੈਨੂੰ ਖਾਣ ਵਾਸਤੇ ਅੰਨ ਚਾਹੀਦਾ ਹੈ। ਭੁੱਖ ਬਹੁਤ ਵੱਡਾ ਦੁੱਖ ਹੈ। ਭੁੱਖ ਨੂੰ ਕੋਈ ਬੰਦਾ ਬਰਦਾਸ਼ਤ ਨਹੀਂ ਕਰ ਸਕਦਾ। ਭੁੱਖ ਸਹਿਣ ਕਰਨੀ, ਭੁੱਖ ਬਰਦਾਸ਼ਤ ਕਰਨੀ ਬਹੁਤ ਔਖੀ ਹੈ। ਮਾਫ ਕਰਨਾ, ਅਸੀਂ ਸਵੇਰੇ ਨਾਸ਼ਤਾ ਕੀਤਾ ਹੈ, ਦੁਪਹਿਰੇ ਰੋਟੀ ਨਾ ਮਿਲੇ, ਦੁਪਹਿਰੇ ਪ੍ਰਸ਼ਾਦਾ ਨਾ ਮਿਲੇ, ਤੇ ਰਾਤ ਤੱਕ ਸਾਨੂੰ ਹੌਲ ਪੈਣੇ ਸ਼ੁਰੂ ਹੋ ਜਾਂਦੇ ਨੇ, ਚੱਕਰ ਆਉਣੇ ਸ਼ੁਰੂ ਹੋ ਜਾਂਦੇ ਨੇ। ਤੇ ਅਸੀਂ ਅਕਸਰ ਕਹਿੰਦੇ ਆ, ਭਾਈ ਭੁੱਖ ਲੱਗੀ ਹੈ, ਭੁੱਖ ਬਰਦਾਸ਼ਤ ਨਹੀਂ ਹੋ ਰਹੀ, ਭੁੱਖ ਸਹਿਣ ਨਹੀਂ ਹੋ ਰਹੀ, ਤੇ ਸਾਨੂੰ ਖਾਣ ਵਾਸਤੇ ਪ੍ਰਸ਼ਾਦਾ ਦਿਓ, ਸਾਨੂੰ ਖਾਣ ਵਾਸਤੇ ਪ੍ਰਸ਼ਾਦਾ ਦਿਓ। ਹੁਣ ਸਾਧ ਸੰਗਤ ਧਿਆਨ ਦੇਣਾ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਸਿੰਘ, ਜਿਨ੍ਹਾਂ ਨੂੰ ਅੱਜ ਪ੍ਰਸ਼ਾਦਾ ਖਾਧਿਆਂ ਬੜੇ ਦਿਨ ਹੋ ਗਏ ਨੇ, ਜਿਨ੍ਹਾਂ ਨੂੰ ਅੱਜ ਪਾਣੀ ਪੀਤਿਆਂ ਬਹੁਤ ਦਿਨ ਹੋ ਗਏ ਨੇ। ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਆ ਨਾ, ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਸਤਿਗੁਰੂ ਪਾਤਸ਼ਾਹ ਨੇ ਇੱਕ ਬੜੀ ਪਿਆਰੀ ਗੱਲ ਕੀਤੀ ਹੈ। ਵੇਖੋ ਜੀ, 3 ਗੱਲਾਂ ਕਰਕੇ ਬੰਦੇ ਦੀ ਮੰਨਤਾ ਹੁੰਦੀ ਹੈ। 3 ਗੱਲਾਂ ਕਰਕੇ ਬੰਦੇ ਦੀ ਮੰਨਤਾ ਹੁੰਦੀ ਹੈ। ਉਹਨੂੰ ਸੰਸਾਰ ਦੇ ਵਿੱਚ ਮੰਨਿਆ ਜਾਂਦਾ ਹੈ। ਜਾਂ ਤੇ ਬੰਦਾ ਬਹੁਤ ਜ਼ਿਆਦਾ ਸੋਹਣਾ ਹੋਵੇ, ਜਾਂ ਬੰਦਾ ਬਹੁਤ ਜ਼ਿਆਦਾ ਸੋਹਣਾ ਹੋਵੇ। ਜਿਹੜਾ ਬਹੁਤ ਜ਼ਿਆਦਾ ਸੋਹਣਾ ਹੁੰਦਾ ਨਾ, ਤੇ ਅਕਸਰ ਲੋਕ ਕਹਿੰਦੇ ਨੇ ਯਾਰ ਫਲਾਣਾ ਬੰਦਾ ਬੜਾ ਸੋਹਣਾ ਹੈ, ਫਲਾਣਾ ਬੰਦਾ ਬੜਾ ਸੋਹਣਾ ਹੈ, ਉਹਨੂੰ ਰੱਬ ਨੇ ਸੁੰਦਰਤਾ ਬਹੁਤ ਦਿੱਤੀ ਹੈ। ਦੂਸਰੇ ਨੰਬਰ ਦੇ ਉੱਤੇ ਜਾਂ ਬੰਦਾ ਸਰੀਰ ਕਰਕੇ ਬੜਾ ਤਾਕਤਵਰ ਹੋਵੇ, ਉਹਦੀ ਮੰਨਤਾ ਹੁੰਦੀ ਹੈ। ਅਸੀਂ ਕਹਿੰਦੇ ਯਾਰ ਫਲਾਣਾ ਬੰਦਾ ਜਿਹੜਾ ਹੈ ਨਾ ਬੜਾ ਤਾਕਤਵਰ ਹੈ, ਉਹਦੀਆਂ ਬਾਹਾਂ ਦੇ ਵਿੱਚ ਬੜਾ ਬਲ ਹੈ। ਤੇ ਜਾਂ ਬੰਦਾ ਬਹੁਤ ਜ਼ਿਆਦਾ ਚਲਾਕ ਹੋਵੇ, ਜਾਂ ਬੰਦਾ ਬਹੁਤ ਜ਼ਿਆਦਾ ਚਲਾਕ ਹੋਵੇ, ਤੇ ਅਕਸਰ ਲੋਕ ਕਹਿੰਦੇ ਨੇ ਯਾਰ ਫਲਾਣਾ ਬੰਦਾ ਬਹੁਤ ਜ਼ਿਆਦਾ ਚਲਾਕ ਹੈ। ਇਹਨਾਂ 3 ਗੱਲਾਂ ਕਰਕੇ ਬੰਦੇ ਦੀ ਮੰਨਤਾ ਹੁੰਦੀ ਹੈ। ਪਹਿਲੀ ਗੱਲ, ਬੰਦਾ ਬਹੁਤ ਜ਼ਿਆਦਾ ਸੋਹਣਾ ਹੋਵੇ, ਤੇ ਅਸੀਂ ਕਹਿੰਦੇ ਯਾਰ ਫਲਾਣਾ ਬੰਦਾ ਬੜਾ ਸੋਹਣਾ, ਰੱਬ ਨੇ ਉਹਨੂੰ ਬੜਾ ਸੋਹਣਾ ਬਣਾਇਆ। ਦੂਸਰੇ ਨੰਬਰ ਦੇ ਉੱਤੇ ਬੰਦਾ ਤਾਕਤਵਰ ਹੋਵੇ, ਬਹੁਤ ਜ਼ਿਆਦਾ ਤਾਕਤਵਰ ਹੋਵੇ, ਤੇ ਅਸੀਂ ਕਹਿੰਦੇ ਫਲਾਣਾ ਬੰਦਾ ਬੜਾ ਤਾਕਤਵਰ ਹੈ। ਤੀਸਰੇ ਨੰਬਰ ਦੇ ਉੱਤੇ ਬੰਦਾ ਬਹੁਤ ਜ਼ਿਆਦਾ ਚਲਾਕ ਹੋਵੇ, ਤੇ ਅਸੀਂ ਕਹਿੰਦੇ ਯਾਰ ਫਲਾਣਾ ਬੰਦਾ ਬੜਾ ਜ਼ਿਆਦਾ ਚਲਾਕ ਹੈ, ਉਹਦਾ ਦਿਮਾਗ ਬੜਾ ਤੇਜ਼ ਹੈ। ਪਰ ਸੱਚ ਜਾਣਿਓ ਭਾਗਾਂ ਵਾਲਿਓ, ਇਹ ਤਿੰਨੇ ਹੀ ਭੁੱਖ ਦੇ ਅੱਗੇ ਝੁਕ ਜਾਂਦੇ ਨੇ, ਤਿੰਨੇ ਭੁੱਖ ਦੇ ਅੱਗੇ ਹਾਰ ਜਾਂਦੇ ਨੇ। ਔਰ ਗੁਰੂ ਸਾਹਿਬ ਨੇ ਗੁਰਬਾਣੀ 'ਚ ਉਦਾਹਰਨਾਂ ਦਿੱਤੀਆਂ ਨੇ। ਸਭ ਤੋਂ ਤਾਕਤਵਰ ਕੌਣ ਹੁੰਦਾ ਹੈ ਜੀ? ਜੇ ਆਪਾਂ ਜੰਗਲ ਦੀ ਗੱਲ ਕਰੀਏ, ਤੇ ਕਿਹੜਾ ਪਸ਼ੂ ਹੈ ਜਿਹੜਾ ਸਭ ਤੋਂ ਤਾਕਤਵਰ ਹੁੰਦਾ ਹੈ? ਸਭ ਤੋਂ ਤਾਕਤਵਰ ਹੁੰਦਾ ਹੈ ਹਾਥੀ। ਸਭ ਤੋਂ ਤਾਕਤਵਰ ਹੁੰਦਾ ਹੈ ਹਾਥੀ। ਤੇ ਜੇ ਕੋਈ ਬੰਦਾ ਕਹੇ ਨਾ ਮੈਂ ਜਾ ਕੇ ਹਾਥੀ ਨੂੰ ਫੜ ਲਵਾਂ, ਤੇ ਬੰਦਾ ਸੰਧਾ ਹਾਥੀ ਨੂੰ ਜਾ ਕੇ ਨਹੀਂ ਫੜ ਸਕਦਾ। ਕਿੱਦਾਂ ਫੜਿਆ ਜਾਂਦਾ ਹੈ? ਮਹਾਰਾਜ ਨੇ ਬਾਣੀ 'ਚ ਉਦਾਹਰਨ ਦਿੱਤੀ ਹੈ। ਪਾਤਸ਼ਾਹ ਕਹਿੰਦੇ ਕਾਲ ਬੂਤ ਕੀ ਹਸਤਨੀ ਮਨ ਬੌਰਾ ਰੇ, ਚਲਤ ਰਚਿਓ ਜਗਦੀਸ਼ ਕਾਮ ਸੁਆਏ ਗੱਜ ਬਸ ਪਰੇ ਮਨ ਬੌਰਾ ਰੇ, ਅੰਕਸ਼ ਸਹਿਓ ਸੀਸ। ਭਾਗਾਂ ਵਾਲਿਓ, ਹਾਥੀ ਦੇ ਵਿੱਚ ਇੱਕ ਔਗਣ ਹੈ। ਉਹ ਔਗਣ ਕਾਹਦਾ ਹੈ? ਉਹ ਔਗਣ ਹੈ ਕਾਮ ਰਸ ਦਾ। ਇਹ ਹਾਥੀ ਦੇ ਵਿੱਚ ਬਹੁਤ ਵੱਡਾ ਔਗਣ ਹੈ ਕਾਮ ਰਸ ਦਾ।
ਤੇ ਕਹਿੰਦੇ ਹਾਥੀ ਨੂੰ ਫੜਨ ਵਾਸਤੇ ਮੁਹਾਵਤ ਕੀ ਕਰਦਾ ਏ, ਉਹ ਇੱਕ ਘਾਹ ਦੀ ਹਸਤਣੀ ਬਣਾਉਂਦਾ ਏ, ਘਾਹ ਦੀ ਹਥਣੀ ਬਣਾਉਂਦਾ ਏ। ਤੇ ਜਿੱਥੇ ਉਹ ਘਾਹ ਦੀ ਹਥਣੀ ਬਣਾ ਕੇ ਰੱਖੀ ਜਾਂਦੀ ਹੈ, ਉਹਦੇ ਥੱਲੇ ਵੱਡਾ ਸਾਰਾ ਇੱਕ ਟੋਆ ਪੁੱਟ ਲਿਆ ਜਾਂਦਾ ਏ। ਤੇ ਜਿਉਂ ਹੀ ਹਾਥੀ ਕਾਮਵਸ ਹੋਇਆ, ਉਸ ਘਾਹ ਦੀ ਬਣੀ ਹੋਈ ਹਸਤਣੀ ਦੇ ਕੋਲ ਆਉਂਦਾ ਏ ਤੇ ਭਾਗਾਂ ਵਾਲਿਓ ਉਹ ਟੋਏ ਦੇ ਵਿੱਚ ਡਿੱਗ ਪੈਂਦਾ ਏ, ਉਹ ਟੋਏ ਦੇ ਵਿੱਚ ਡਿੱਗ ਪੈਂਦਾ ਏ। 15 ਦਿਨ ਹਾਥੀ ਨੂੰ ਭੁੱਖਾ ਰੱਖਿਆ ਜਾਂਦਾ, 15 ਦਿਨ, ਪੂਰੇ 15 ਦਿਨ ਹਾਥੀ ਨੂੰ ਭੁੱਖਾ ਰੱਖਿਆ ਜਾਂਦਾ, ਉਹਨੂੰ ਖਾਣ ਵਾਸਤੇ ਕੁਝ ਨਹੀਂ ਦਿੱਤਾ ਜਾਂਦਾ। ਤੇ 15 ਦਿਨਾਂ ਬਾਅਦ ਹਾਥੀ ਫਿਰ ਇੱਕ ਆਵਾਜ਼ ਕੱਢਦਾ ਏ, ਹਾਥੀ ਆਪਣੀ ਮੂੰਹ ਚੋਂ ਇੱਕ ਆਵਾਜ਼ ਕੱਢਦਾ ਏ। ਸਾਰਾ ਦਿਨ ਉਹ ਆਵਾਜ਼ ਕੱਢਦਾ ਏ ਤੇ ਮੁਹਾਵਤ ਨੂੰ ਪਤਾ ਲੱਗ ਜਾਂਦਾ ਏ ਵੀ ਅੱਜ ਇਹ ਮੇਰੀ ਗੁਲਾਮੀ ਸਵੀਕਾਰ ਚੁੱਕਾ ਏ। ਇੰਨਾ ਤਾਕਤਵਰ ਹਾਥੀ ਜਿਹਨੂੰ 50 ਬੰਦੇ ਵੀ ਰਲ ਕੇ ਫੜਨ ਤੇ ਨਹੀਂ ਫੜ ਸਕਦੇ। ਪਰ ਕਮਾਲ ਦੀ ਗੱਲ ਹੈ, ਉਹ ਹਾਥੀ ਭੁੱਖ ਦਾ ਸਤਾਇਆ ਇੱਕ ਬੰਦੇ ਦੀ ਗੁਲਾਮੀ ਕਰਨ ਲੱਗ ਪੈਂਦਾ, ਇੱਕ ਬੰਦੇ ਦੀ, ਇੱਕ ਬੰਦੇ ਦਾ ਗੁਲਾਮ ਬਣ ਕੇ ਰਹਿ ਜਾਂਦਾ ਹੈ। ਹੁਣ ਵੇਖੋ ਹਾਥੀ ਕਿੰਨਾ ਤਾਕਤਵਰ, ਪਰ ਭੁੱਖ ਦਾ ਸਤਾਇਆ ਹਾਥੀ ਇੱਕ ਬੰਦੇ ਦੀ ਗੁਲਾਮੀ ਕਰਦਾ ਹੈ, ਉਹਦੇ ਅੱਗੇ ਝੁਕ ਜਾਂਦਾ ਹੈ, ਉਹਦੇ ਅੱਗੇ ਝੁਕ ਜਾਂਦਾ ਹੈ। ਦੂਸਰੇ ਨੰਬਰ ਦੇ ਉੱਤੇ ਬਾਂਦਰ ਬੜਾ ਚਲਾਕ ਹੁੰਦਾ ਹੈ, ਬਾਂਦਰ ਬੜਾ ਚਲਾਕ ਹੁੰਦਾ ਹੈ। ਟਪੂਸੀ ਮਾਰੀ ਇਸ ਰੁੱਖ ਤੇ, ਟਪੂਸੀ ਮਾਰੀ ਦੂਸਰੇ ਰੁੱਖ ਦੇ ਉੱਤੇ, ਹੁਣੇ ਇੱਥੇ ਸੀ ਹੁਣੇ ਉੱਥੇ ਪਹੁੰਚ ਗਿਆ, ਕਿਤੇ ਦੀ ਕਿਤੇ ਪਹੁੰਚ ਜਾਂਦਾ ਹੈ, ਕਿਤੇ ਦੀ ਕਿਤੇ ਪਹੁੰਚ ਜਾਂਦਾ ਹੈ। ਤੇ ਭਾਗਾਂ ਵਾਲਿਓ, ਮਹਾਰਾਜ ਨੇ ਬਾਣੀ ਚ ਕਿਹਾ, ਮਰਕਟ ਮੁਸਟੀ ਅਨਾਜ ਕੀ ਮਨ ਬੌਰਾ ਰੇ, ਲੀਨੋ ਹਾਥ ਪਸਾਰ ਛੂਟਣ ਕੋ ਸਹਿਸਾ ਪਰਿਓ, ਮਨ ਬੌਰਾ ਰੇ ਨਾਚਿਓ ਘਰ ਘਰ ਬਾਰ। ਤੁਸੀਂ ਮਦਾਰੀ ਵੇਖੇ ਹੋਣਗੇ ਨਾ, ਜਿਹੜੇ ਬਾਂਦਰ ਲੈ ਕੇ ਆਉਂਦੇ ਨੇ ਤੇ ਕਿੱਦਾਂ ਆਪਣੇ ਇਸ਼ਾਰਿਆਂ ਤੇ ਬਾਂਦਰਾਂ ਨੂੰ ਨਚਾਉਂਦੇ ਨੇ। ਉਹ ਕਿੱਦਾਂ ਨਚਾਇਆ ਜਾਂਦਾ ਹੈ, ਧਿਆਨ ਦੇਣਾ ਜੀ। ਉਹਦੇ ਕੋਲ ਇੱਕ ਕੁੱਜਾ ਹੁੰਦਾ ਹੈ, ਮਦਾਰੀ ਦੇ ਕੋਲ ਇੱਕ ਕੁੱਜਾ ਹੁੰਦਾ, ਉਹਦੇ ਵਿੱਚ ਛੋਲੇ ਪਾ ਕੇ ਉਹ ਰੱਖ ਦਿੰਦਾ, ਛੋਲੇ ਪਾ ਕੇ। ਤੇ ਵੇਖੋ ਬਾਂਦਰ ਨਾ, ਬਾਂਦਰ ਭੁੱਖ ਦਾ ਸਤਾਇਆ ਬਾਂਦਰ, ਕਿਉਂਕਿ ਭੁੱਖ ਲੱਗੀ ਹੈ, ਭੁੱਖ ਸਹਿਣ ਨਹੀਂ ਹੁੰਦੀ, ਭੁੱਖ ਬਰਦਾਸ਼ਤ ਨਹੀਂ ਹੁੰਦੀ। ਉਹ ਬਾਂਦਰ ਜਿਹੜਾ ਹੈ ਨਾ, ਬਾਂਦਰ ਦੀ ਜਿਹੜੀ ਸ਼ੇਪ ਹੈ ਨਾ ਹੱਥ ਦੀ, ਉਹ ਬਿਲਕੁਲ ਸਾਡੇ ਵਰਗੀ ਹੈ। ਤੇ ਬਾਂਦਰ ਐਦਾਂ ਹੱਥ ਅੰਦਰ ਪਾ ਲੈਂਦਾ ਕੁੱਜੇ 'ਚ ਤੇ ਮੁੱਠ ਨੂੰ ਐਦਾਂ ਭਰ ਲੈਂਦਾ ਹੈ। ਹੁਣ ਐਦਾਂ ਹੱਥ ਤੇ ਅੰਦਰ ਚਲਿਆ ਗਿਆ, ਪਰ ਜਦੋਂ ਐਦਾਂ ਮੁੱਠ ਭਰੀ ਨਾ ਤੇ ਹੁਣ ਉਹ ਮੁੱਠ ਬਾਹਰ ਨਹੀਂ ਨਿਕਲਦੀ, ਹੁਣ ਉਹ ਮੁੱਠ ਬਾਹਰ ਨਹੀਂ ਨਿਕਲਦੀ। ਹੁਣ ਲੋਭ ਦੇ ਵਿੱਚ, ਲਾਲਚ ਦੇ ਵਿੱਚ ਭੁੱਖ ਦਾ ਸਤਾਇਆ ਬਾਂਦਰ, ਜੇ ਤੇ ਉਹ ਉਹਨੂੰ ਛੱਡ ਦਵੇ ਫਿਰ ਤੇ ਹੱਥ ਐਦਾਂ ਬਾਹਰ ਆ ਜਾਵੇਗਾ। ਪਰ ਇੰਨੀ ਭੁੱਖ ਹੈ, ਇੰਨਾ ਲਾਲਚ ਹੈ, ਇੰਨਾ ਲੋਭ ਹੈ, ਭੁੱਖ ਬਰਦਾਸ਼ਤ ਨਹੀਂ ਹੁੰਦੀ ਤੇ ਉਹ ਮੁੱਠੀ ਨਹੀਂ ਛੱਡਦਾ। ਬਾਂਦਰ ਨੂੰ ਫੜ ਲਿਆ ਜਾਂਦਾ ਏ ਤੇ ਬਾਂਦਰ ਨੂੰ ਗੁਲਾਮ ਬਣਾ ਕੇ ਉਹਨੂੰ ਘਰ ਘਰ ਨਚਾਇਆ ਜਾਂਦਾ ਏ। ਤੇ ਮਦਾਰੀ ਜਿਹੜਾ ਏ ਬਾਂਦਰ ਨੂੰ ਘਰ ਘਰ ਨਚਾ ਕੇ ਤੇ ਪੈਸੇ ਇਕੱਠੇ ਕਰਦਾ ਏ। ਇੰਨਾ ਚਲਾਕ ਬਾਂਦਰ, ਇੰਨਾ ਚਲਾਕ, ਤੇ ਭੁੱਖ ਅੱਗੇ ਝੁਕ ਗਿਆ, ਮਦਾਰੀ ਦੇ ਇਸ਼ਾਰਿਆਂ ਦੇ ਉੱਤੇ ਨੱਚਦਾ ਹੈ, ਮਦਾਰੀ ਦੇ ਇਸ਼ਾਰਿਆਂ ਦੇ ਉੱਤੇ। ਤੇ ਤੀਸਰੇ ਨੰਬਰ ਦੇ ਉੱਤੇ, ਤੀਸਰੇ ਨੰਬਰ ਦੇ ਉੱਤੇ ਤੋਤਾ ਨਾ, ਤੋਤਾ, ਤੋਤਾ ਬਹੁਤ ਜ਼ਿਆਦਾ ਸੋਹਣਾ ਹੁੰਦਾ ਹੈ, ਤੋਤਾ ਬਹੁਤ ਜ਼ਿਆਦਾ ਸੋਹਣਾ ਹੁੰਦਾ। ਮੈਂ 3 ਗੱਲਾਂ ਕੀਤੀਆਂ ਸੀ, ਸੁੰਦਰਤਾ, ਚਲਾਕੀ ਤੇ ਤਾਕਤ। ਹੁਣ ਹਾਥੀ ਤਾਕਤਵਰ ਹੋ ਗਿਆ, ਬਾਂਦਰ ਚਲਾਕ ਹੋ ਗਿਆ, ਤੇ ਤੀਸਰੇ ਨੰਬਰ ਦੇ ਉੱਤੇ ਸੁੰਦਰਤਾ। ਜੇ ਆਪਾਂ ਪੰਛੀਆਂ ਦੀ ਗੱਲ ਕਰੀਏ ਨਾ, ਤੇ ਪੰਛੀਆਂ ਦੇ ਵਿੱਚੋਂ ਤੋਤਾ ਬਹੁਤ ਖੂਬਸੂਰਤ ਹੁੰਦਾ ਹੈ, ਬੜਾ ਪਿਆਰਾ ਲੱਗਦਾ ਹੈ ਤੋਤਾ ਵੇਖਣ ਨੂੰ। ਤੇ ਭਾਗਾਂ ਵਾਲਿਓ, ਕੋਈ ਬੰਦਾ ਤੋਤੇ ਨੂੰ ਕਵੇ ਮੈਂ ਫੜ ਲਵਾਂ, ਨਹੀਂ ਫੜਿਆ ਜਾ ਸਕਦਾ। ਤੇ ਮਹਾਰਾਜ ਕਹਿੰਦੇ, ਜਿਉਂ ਨਲਣੀ ਸੂਟਾ ਗਇਓ, ਜਿਉਂ ਨਲਣੀ ਸੂਟਾ ਗਇਓ, ਮਾਇਆ ਇਹ ਵਿਵਹਾਰ। ਭਾਗਾਂ ਵਾਲਿਓ ਧਿਆਨ ਦੇਣਾ, ਇੱਕ ਨਲਣੀ ਫਿੱਟ ਕੀਤੀ ਜਾਂਦੀ ਹੈ, ਉਹਦੇ ਵਿੱਚ ਚੋਗਾ ਰੱਖਿਆ ਜਾਂਦਾ ਹੈ, ਤੇ ਜਿਉਂ ਹੀ ਤੋਤਾ ਉਹਦੇ ਵਿੱਚੋਂ ਆਣ ਕੇ, ਨਲਣੀ ਦੇ ਵਿੱਚੋਂ ਆਣ ਕੇ ਆਪਣੀ ਚੁੰਝ ਮਾਰਦਾ ਹੈ, ਉਹਦੀ ਚੁੰਝ ਨਲਣੀ ਦੇ ਵਿੱਚ ਅੜ ਜਾਂਦੀ ਹੈ ਤੇ ਤੋਤਾ ਫੜ ਲਿਆ ਜਾਂਦਾ ਹੈ ਤੇ ਉਹਨੂੰ ਇੱਕ ਪਿੰਜਰੇ ਦੇ ਵਿੱਚ ਕੈਦ ਕਰ ਦਿੱਤਾ ਜਾਂਦਾ ਹੈ। ਉਹ ਤੋਤਾ ਜਿਹੜਾ ਇੰਨਾ ਸੋਹਣਾ, ਇੰਨਾ ਖੂਬਸੂਰਤ ਹੈ, ਭੁੱਖ ਦਾ ਸਤਾਇਆ ਨਲਣੀ ਵਿੱਚ ਅੜ ਗਿਆ ਤੇ ਉਹ ਭੁੱਖ ਦਾ ਸਤਾਇਆ ਭਾਗਾਂ ਵਾਲਿਓ ਫਿਰ ਪਿੰਜਰੇ ਦੇ ਵਿੱਚ ਕੈਦ ਹੋ ਜਾਂਦਾ ਹੈ, ਪਿੰਜਰੇ ਦੇ ਵਿੱਚ ਕੈਦ ਹੋ ਜਾਂਦਾ ਹੈ। ਪਰ ਵਾਰੇ ਵਾਰੇ ਜਾਈਏ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ, ਵਾਰੇ ਵਾਰੇ ਜਾਈਏ ਕਲਗੀਧਰ ਪਾਤਸ਼ਾਹ ਤੋਂ, ਵਾਰੇ ਵਾਰੇ ਜਾਈਏ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਾਰੇ ਸਾਹਿਬਜ਼ਾਦਿਆਂ ਤੋਂ, ਵਾਰੇ ਵਾਰੇ ਜਾਈਏ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੇ ਸਿੰਘਾਂ ਤੋਂ। ਭਾਗਾਂ ਵਾਲਿਓ, ਅੱਜ ਕਈ ਦਿਨ ਹੋ ਗਏ ਨੇ ਖਾਣ ਨੂੰ ਪ੍ਰਸ਼ਾਦਾ ਨਹੀਂ,
ਪੀਣ ਵਾਸਤੇ ਪਾਣੀ ਨਹੀਂ। ਪਰ ਕਮਾਲ ਦੀ ਗੱਲ ਹੈ, ਰੱਬ ਨਾਲ ਕੋਈ ਗਿਲਾ ਨਹੀਂ, ਪ੍ਰਮਾਤਮਾ ਨਾਲ ਕੋਈ ਗਿਲਾ ਨਹੀਂ। ਸਵੇਰੇ ਵੀ ਰੱਬ ਦਾ ਸ਼ੁਕਰਾਨਾ ਤੇ ਸ਼ਾਮ ਨੂੰ ਵੀ ਰੱਬ ਦਾ ਸ਼ੁਕਰਾਨਾ, ਸ਼ਾਮ ਨੂੰ ਵੀ ਪ੍ਰਮਾਤਮਾ ਦਾ ਸ਼ੁਕਰਾਨਾ। ਤੇ ਜੋਗੀ ਅੱਲਾ ਯਾਰ ਖਾਂ ਉਸ ਸਮੇਂ ਕਿਲੇ ਦੇ ਅੰਦਰ ਦੇ ਹਾਲਾਤ ਬਿਆਨ ਕਰਦਾ ਏ ਵੀ ਕਿਲੇ ਦੇ ਅੰਦਰ ਹਾਲਾਤ ਕਿੱਦਾਂ ਦੇ ਨੇ। ਉੱਤੋਂ ਬਰਸਾਤਾਂ ਸ਼ੁਰੂ ਹੋ ਗਈਆਂ, ਸਿੰਘਾਂ ਦੇ ਸਰੀਰ ਪਿੰਜਰ ਬਣਨੇ ਸ਼ੁਰੂ ਹੋ ਗਏ, ਇੱਥੋਂ ਤੱਕ ਕੁਝ ਸਿੰਘ ਜਿਹੜੇ ਨੇ ਉਹ ਮਰਨੇ ਸ਼ੁਰੂ ਹੋ ਗਏ, ਸਰੀਰ ਗਲਨੇ ਚਾਲੂ ਹੋ ਗਏ। ਤੇ ਜੋਗੀ ਅੱਲਾ ਯਾਰ ਖਾਂ ਨੇ ਲਿਖਿਆ ਏ, ਉਹ ਕਹਿੰਦਾ ਜਿਸ ਦਮ आनंदपुर में सतगुर मकीम थे, हमरा गर के लोग थे और कुछ नदीम थे, चारों तरफ से गिला को घेरे गनीम थे, टूटे हुए रिज्क के दिल सिंगा दो नीम थे, भूख और प्यास की शिद्दत कमाल थी मुक्त सर की फौज वो भी निढाल थी मुक्त सर की फौज वो भी निढाल थी। अल्लाह यार खां कहंदा एक मुसलमान, वो कहंदा बड़ी तरसयोग हालत है, बड़ी तरसयोग। ਅੱਜ ਕਈ ਮਹੀਨੇ ਹੋ ਗਏ ਨੇ ਖਾਣ ਵਾਸਤੇ ਕੁਝ ਨਹੀਂ ਮਿਲਿਆ, ਪੀਣ ਵਾਸਤੇ ਪਾਣੀ ਨਹੀਂ, ਪਰ ਉਹ ਗੁਰੂ ਦੇ ਲਾਲ ਡੋਲੇ ਨਹੀਂ, ਉਹ ਰੱਬ ਦੇ ਭਾਣੇ ਦੇ ਵਿੱਚ ਨੇ, ਪਰਮਾਤਮਾ ਦੇ ਭਾਣੇ ਦੇ ਵਿੱਚ ਨੇ। ਉਹਨਾਂ ਦੇ ਮਨ ਵਿੱਚ ਇਹ ਸੰਕਲਪ ਹੈ, ਜਿਸ ਪਿਆਰੇ ਸਿਉ ਨੇ ਤਿਸ ਆਗੇ ਮਰ ਚੱਲੀਐ। ਉਹਨਾਂ ਨੂੰ ਕੇਵਲ ਤੇ ਕੇਵਲ ਇਹ ਨਜ਼ਰ ਆ ਰਿਹਾ ਏ ਗੁਰੂ ਗੋਬਿੰਦ ਸਿੰਘ ਸਾਡਾ ਪਾਤਸ਼ਾਹ ਏ, ਤੇ ਗੁਰੂ ਗੋਬਿੰਦ ਸਿੰਘ ਦੀ ਖਾਤਰ ਅਸੀਂ ਆਪਣਾ ਸਾਰਾ ਕੁਝ ਕੁਰਬਾਨ ਕਰ ਸਕਦੇ ਹਾਂ, ਅਸੀਂ ਆਪਣਾ ਸਾਰਾ ਕੁਝ ਕੁਰਬਾਨ ਕਰ ਸਕਦੇ ਹਾਂ। ਇਹਨੂੰ ਕਹਿੰਦੇ ਨੇ ਪਿਆਰ। ਝੱਖੜ ਝਾਂਗੀ ਮੀਂਹ ਵਰਸੈ, ਭੀ ਗੁਰ ਦੇਖਣ ਜਾਈ, ਸਮੁੰਦ ਸਾਗਰ ਹੋਵੇ ਬੌਖਾਰਾ, ਗੁਰਸਿੱਖ ਲੰਘ ਗੁਰੂ ਪੈ ਜਾਈ। ਉਹਨਾਂ ਗੁਰੂ ਦਿਆਂ ਲਾਲਾਂ ਨੇ ਇਹ ਬਚਨ ਪੜ੍ਹੇ ਸਨ, ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੂਖ ਮਨਾਈ, ਪੱਖਾ ਫੇਰੀ ਪਾਣੀ ਢੋਵਾਂ, ਜੋ ਦੇਵੈ ਸੋ ਖਾਈ, ਨਾਨਕ ਗਰੀਬ ਟੈ ਪਿਆ ਦੁਆਰੇ, ਹਰ ਮੇਲ ਲਿਹੋ ਵਡਿਆਈ, ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਹੁਣ ਸਾਧ ਸੰਗਤ ਧਿਆਨ ਦੇਣਾ, ਮੁਗਲ ਤੇ ਪਹਾੜੀ ਰਾਜੇ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿੰਦੇ ਨੇ, ਮਹਾਰਾਜ ਅਸੀਂ ਕਸਮਾਂ ਖਾਂਦੇ ਆ, ਮਹਾਰਾਜ ਤੁਸੀਂ ਆਨੰਦਪੁਰ ਖਾਲੀ ਕਰ ਦਿਓ, ਆਨੰਦਪੁਰ ਖਾਲੀ ਕਰ ਦਿਓ। ਇੱਥੇ ਮੈਂ ਇੱਕ ਹੋਰ ਬੇਨਤੀ ਕਰਾਂਗਾ, ਪਾਗਾਂ ਵਾਲਿਓ, ਰਾਜਾ ਰਤਨ ਰਾਏ, ਅਸਾਮ ਦਾ ਰਹਿਣ ਵਾਲਾ ਰਾਜਾ ਰਤਨ ਰਾਏ, ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਬੜਾ ਪਿਆਰ ਕਰਦਾ ਏ, ਤੇ ਜਿਹਦਾ ਜਨਮ ਹੀ ਗੁਰੂ ਤੇਗ ਬਹਾਦਰ ਸਾਹਿਬ ਦੀ ਕਿਰਪਾ ਦੇ ਨਾਲ ਹੋਇਆ ਸੀ। ਉਹ ਰਾਜਾ ਰਤਨ ਰਾਏ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਆਉਂਦਾ ਹੈ, ਤੇ ਮਹਾਰਾਜ ਵਾਸਤੇ 5 ਸੁਗਾਤਾਂ, 5 ਜਿਹੜੀਆਂ ਉਹ ਕੀਮਤੀ ਸੁਗਾਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਵਾਸਤੇ ਲੈ ਕੇ ਆਉਂਦਾ ਹੈ। ਪਹਿਲੇ ਨੰਬਰ ਦੇ ਉੱਤੇ ਪ੍ਰਸ਼ਾਦੀ ਹਾਥੀ, ਉਹ ਹਾਥੀ ਚਿੱਟੇ ਰੰਗ ਦਾ ਸੀ। ਦੂਸਰੇ ਨੰਬਰ ਦੇ ਉੱਤੇ ਚੰਦਨ ਦੀ ਚੌਂਕੀ, ਚੰਦਨ ਦੀ ਚੌਂਕੀ ਮਹਾਰਾਜ ਦੇ ਬੈਠਣ ਨੂੰ। ਤੀਸਰੇ ਨੰਬਰ ਦੇ ਉੱਤੇ ਪਸ਼ਮੀਨਾ, ਬਹੁਤ ਮਹਿੰਗਾ, ਜਿਹੜਾ ਮਹਾਰਾਜ ਦੇ ਉੱਤੇ ਲੱਗਦਾ ਸੀ। ਚੌਥੇ ਨੰਬਰ ਦੇ ਉੱਤੇ ਪੰਚਕਲਾ ਸ਼ਸਤਰ, ਇੱਕ ਬਟਨ ਨੱਪਿਆ ਜਾਂਦਾ ਸੀ ਤੇ 5 ਸ਼ਸਤਰ ਨਿਕਲਦੇ ਸੀ, 5 ਸ਼ਸਤਰ ਨਿਕਲਦੇ ਉੱਤੇ ਸੀ। ਤੇ 5ਵੇਂ ਨੰਬਰ ਦੇ ਉੱਤੇ ਕੀਮਤੀ ਹੀਰਿਆਂ ਨਾਲ ਜੜੀ ਕਲਗੀ, ਉਹ ਗੁਰੂ ਸਾਹਿਬ ਨੂੰ ਭੇਟ ਕਰਦਾ। ਫਿਰ ਬੇਨਤੀ ਸਰਵਣ ਕਰਿਓ, 5 ਉਹਨੇ ਸੁਗਾਤਾਂ, 5 ਗਿਫਟ ਗੁਰੂ ਸਾਹਿਬ ਨੂੰ ਭੇਟ ਕੀਤੇ, ਕੀਮਤੀ ਸੁਗਾਤਾਂ। ਉਹ ਕਿਹੜੀਆਂ ਨੇ? ਪਹਿਲੇ ਨੰਬਰ ਦੇ ਉੱਤੇ ਪ੍ਰਸ਼ਾਦੀ ਹਾਥੀ, ਚੰਦਨ ਦੀ ਚੌਂਕੀ, ਪਸ਼ਮੀਨਾ ਜਿਹੜਾ ਮਹਾਰਾਜ ਦੇ ਉੱਤੇ ਲੱਗਦਾ ਏ, ਤੇ ਚੌਥੇ ਨੰਬਰ ਦੇ ਉੱਤੇ ਪੰਚਕਲਾ ਸ਼ਸਤਰ, ਤੇ 5ਵੇਂ ਨੰਬਰ ਦੇ ਉੱਤੇ ਹੀਰਿਆਂ ਨਾਲ ਜੜੀ ਹੋਈ ਕਲਗੀ। ਹੁਣ ਸਾਧ ਸੰਗਤ, ਇਹ ਜਿਹੜਾ ਪ੍ਰਸ਼ਾਦੀ ਹਾਥੀ ਹੈ ਨਾ, ਬਿਲਕੁਲ ਛੋਟੇ ਜਿਹੇ ਕੱਦ ਦਾ ਹਾਥੀ ਹੈ ਤੇ ਚਿੱਟੇ ਰੰਗ ਦਾ ਹਾਥੀ ਹੈ। ਇਤਿਹਾਸ ਕਹਿੰਦਾ ਨੱਕ ਤੋਂ ਲੈ ਕੇ ਨਾ, ਨੱਕ ਤੋਂ ਸੁੰਨ ਤੋਂ ਲੈ ਕੇ ਤੇ ਪੂਛ ਤੱਕ ਇਹਦੇ ਚਿੱਟੀ ਧਾਰੀ ਹੈ, ਤੇ ਇਹ ਹਾਥੀ ਬੜਾ ਹੀ ਪਿਆਰਾ ਹੈ, ਬੜਾ ਹੀ ਸੋਹਣਾ ਹੈ, ਤੇ ਇਹ ਹਾਥੀ ਹਰ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਲ ਰਹਿੰਦਾ ਏ। ਮੈਂ ਬੇਨਤੀ ਕਰਾਂ, ਉਹ ਹਾਥੀ ਜਿਹੜਾ ਕਈ ਘੰਟੇ ਆਪਣੀ ਸੁੰਨ ਦੇ ਨਾਲ ਗੁਰੂ ਸਾਹਿਬ ਦੇ ਉੱਤੇ ਚੌਰ ਕਰਦਾ ਏ, ਉਹ ਹਾਥੀ ਜਿਹੜਾ ਗੁਰੂ ਸਾਹਿਬ ਨੂੰ ਤੀਰ ਲਿਆ ਕੇ ਫੜਾਉਂਦਾ ਏ, ਉਹ ਹਾਥੀ ਜਿਹੜਾ ਆਪਣੀ ਸੁੰਨ ਦੇ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨ ਧੋਂਦਾ ਏ। ਅੱਜ ਕਈ ਮਹੀਨੇ ਹੋ ਗਏ, ਖਾਣ ਨੂੰ ਕੁਝ ਨਾ ਮਿਲਿਆ,
ਤੇ ਭੁੱਖ ਦੇ ਨਾਲ ਤੜਫ ਤੜਫ ਕੇ ਉਹ ਹਾਥੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਅੱਖਾਂ ਦੇ ਸਾਹਮਣੇ ਮਰ ਗਿਆ, ਉਹਦੀ ਮੌਤ ਹੋ ਗਈ। ਤੇ ਜਦੋਂ ਪਹਾੜੀਆਂ ਨੇ, ਮੁਗਲਾਂ ਨੇ ਕਿਹਾ ਮਰਦ ਕਸਮਾਂ ਖਾਂਦੇ ਆ ਆਨੰਦਪੁਰ ਛੱਡ ਦਿਓ, ਤੇ ਉੱਥੇ ਸਿੰਘ ਥੋੜੇ ਜੇ ਉਤਾਵਲੇ ਹੋਏ, ਮਹਾਰਾਜ ਪਹਾੜੀ ਰਾਜੇ ਕਸਮਾਂ ਖਾ ਰਹੇ ਨੇ, ਮਰਦ ਮੁਗਲ ਕਸਮਾਂ ਖਾ ਰਹੇ ਨੇ ਵੀ ਤੁਸੀਂ ਆਨੰਦਪੁਰ ਖਾਲੀ ਕਰ ਦਿਓ, ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ। ਮਹਾਰਾਜ ਕਹਿੰਦੇ ਮੈਨੂੰ ਇਹਨਾਂ ਤੇ ਭਰੋਸਾ ਨਹੀਂ, ਮੈਨੂੰ ਇਹਨਾਂ ਤੇ ਭਰੋਸਾ ਨਹੀਂ, ਕਿਲੇ ਚੋਂ ਬਾਹਰ ਨਿਕਲਣ ਦੀ ਦੇਰ ਹੈ, ਇਹਨਾਂ ਨੇ ਸਾਡੇ ਉੱਤੇ ਟੁੱਟ ਕੇ ਪੈ ਜਾਣਾ। ਮਹਾਰਾਜ ਕਹਿੰਦੇ ਜੇ ਤੁਹਾਨੂੰ ਨਹੀਂ ਨਾ ਯਕੀਨ ਆਉਂਦਾ, ਜੇ ਤੁਹਾਨੂੰ ਨਹੀਂ ਯਕੀਨ ਆਉਂਦਾ ਤੇ ਤੁਸੀਂ ਹੁਣੇ ਦੇਖੋ ਇਹ ਕਰਦੇ ਕੀ ਨੇ। ਮਹਾਰਾਜ ਨੇ ਕੀ ਲਿਆ, 5-7 ਗੱਡੇ ਲਏ ਤੇ ਜੋ ਉੱਥੇ ਪਾਟੇ ਪੁਰਾਣੇ ਕੱਪੜੇ ਸੀ, ਘੋੜਿਆਂ ਦੀਆਂ ਲਿੱਦਾਂ, ਜੋ ਕੁਝ ਵੀ ਪੁਰਾਣਾ ਸਮਾਨ ਸੀ ਨਾ, ਉਹ 5-7 ਗੱਡਿਆਂ ਦੇ ਉੱਤੇ ਲੱਦ ਕੇ ਉਹਦੇ ਉੱਤੇ ਦਿਸ਼ਾਲੇ ਪਾ ਦਿੱਤੇ ਗਏ। ਤੇ ਜਿਉਂ ਹੀ ਆਨੰਦਪੁਰ ਦੇ ਕਿਲੇ ਵਿੱਚੋਂ ਉਹ ਬਾਹਰ ਨਿਕਲੇ, ਪਹਾੜੀ ਤੇ ਮੁਗਲ ਟੁੱਟ ਕੇ ਪੈ ਗਏ। ਉਹ ਗੁਰੂ ਗੋਬਿੰਦ ਸਿੰਘ ਨੇ ਆਨੰਦਪੁਰ ਛੱਡ ਦਿੱਤਾ, ਮਹਾਰਾਜ ਦਾ ਖਜ਼ਾਨਾ ਜਾ ਰਿਹਾ ਹੈ, ਟੁੱਟ ਕੇ ਪੈ ਗਏ। ਤੇ ਗੁਰੂ ਗੋਬਿੰਦ ਸਿੰਘ ਸਾਰਾ ਕੁਝ ਦੇਖਦੇ ਪਏ ਨੇ। ਮਹਾਰਾਜ ਕਹਿੰਦੇ ਨੇ ਅਜੇ ਤੇ ਪਾਟੇ ਪੁਰਾਣੇ ਕੱਪੜੇ ਗਏ ਨੇ, ਘੋੜੇ ਦੀਆਂ ਲਿੱਦਾਂ ਗਈਆਂ ਨੇ, ਤੇ ਇਹਨਾਂ ਨੇ ਆਹ ਹਾਲ ਕੀਤਾ, ਜਦੋਂ ਅਸੀਂ ਆਨੰਦਪੁਰੋਂ ਬਾਹਰ ਨਿਕਲਾਂਗੇ, ਜਦੋਂ ਅਸੀਂ ਕਿਲੇ ਵਿੱਚੋਂ ਬਾਹਰ ਨਿਕਲਾਂਗੇ, ਇਹ ਕੀ ਕੁਝ ਸਾਡੇ ਨਾਲ ਕਰਨਗੇ। ਮਹਾਰਾਜ ਕਹਿੰਦੇ ਉਹ ਮੈਂ ਜਾਣਦਾ, ਉਹ ਮੈਂ ਜਾਣਦਾ। ਤੇ ਸੱਚ ਜਾਣਿਓ ਭਾਗਾਂ ਵਾਲਿਓ, ਜਦੋਂ ਮੁਗਲਾਂ ਤੇ ਪਹਾੜੀਆਂ ਦੀ ਇਹ ਵੀ ਚਾਲ ਫੇਲ ਹੋ ਗਈ, ਤੇ ਪੰਬਾ ਆਨੰਦ ਪੁਰੋਹਿਤ ਉਹ ਗੁਰੂ ਸਾਹਿਬ ਦੇ ਕੋਲ ਜਾਂਦਾ, ਆਟੇ ਦੀ ਗਾਂ ਬਣਾਉਂਦਾ, ਆਟੇ ਦੀ ਗਾਂ ਬਣਾਉਂਦਾ। ਕਿਉਂਕਿ ਹਿੰਦੂ ਧਰਮ ਦੇ ਵਿੱਚ ਨਾ, ਹਿੰਦੂ ਧਰਮ ਦੇ ਵਿੱਚ ਗਾਂ ਨੂੰ ਮਾਂ ਮੰਨਿਆ ਜਾਂਦਾ ਹੈ। ਭਾਗਾਂ ਵਾਲਿਓ, ਹਿੰਦੂ ਵੀਰ ਗਾਂ ਨੂੰ ਮਾਂ ਮੰਨਦੇ ਨੇ, ਮੁਬਾਰਕ ਹੈ, ਉਹ ਮੰਨਣ, ਉਹ ਮੰਨਣ। ਪਰ ਸਾਡੇ ਵਾਸਤੇ ਗਾਂ ਕੇਵਲ ਤੇ ਕੇਵਲ ਇੱਕ ਪਸ਼ੂ ਹੈ। ਸਾਡੇ ਵਾਸਤੇ ਗਾਂ ਕੇਵਲ ਤੇ ਕੇਵਲ ਇੱਕ ਪਸ਼ੂ ਹੈ। ਪਸ਼ੂ ਤੋਂ ਇਲਾਵਾ, ਪਸ਼ੂ ਤੋਂ ਤੁੱਲ ਹੋਰ ਗਾਂ ਸਾਡੇ ਵਾਸਤੇ ਕੋਈ ਨਹੀਂ। ਸਾਡੇ ਵਾਸਤੇ ਗਾਂ ਕੇਵਲ ਤੇ ਕੇਵਲ ਇੱਕ ਪਸ਼ੂ ਹੈ। ਸਾਡੀ ਮਾਂ ਜਾਂ ਤੇ ਉਹ ਹੈ ਜਿਨੇ ਸਾਨੂੰ ਜਨਮ ਦਿੱਤਾ ਹੈ, ਤੇ ਜਾਂ ਸਾਡੀ ਮਾਂ ਸਾਡਾ ਗੁਰੂ ਹੈ। ਮੈਂ ਨਹੀਂ ਕਹਿੰਦਾ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬ੍ਰੰਦਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਈ ਤਾਂ ਭੋ ਕਿਹਾ ਕਾੜਾ ਜੀਓ। ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀਓ ਪ੍ਰਤਪਾਲਕ, ਹਰ ਜੀ ਮੇਰੀ ਸਾਰ ਕਰੇ, ਹਮ ਹਰ ਕੇ ਬਾਲਕ। ਕਈ ਮੇਰੇ ਵੀਰ ਭਰਾ ਪਤਾ ਕੀ ਕਹਿ ਦਿੰਦੇ ਨੇ, ਕਈ ਕਹਿ ਦਿੰਦੇ ਨੇ ਬਾਬਾ ਜੀ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਗਊ ਗਰੀਬ ਦੀ ਰੱਖਿਆ ਦੀ ਗੱਲ ਕੀਤੀ ਹੈ। ਉਹ ਮਾਫ ਕਰਨਾ ਭਾਗਾਂ ਵਾਲਿਓ, ਮੈਂ ਬਾਣੀ ਪੜ੍ਹਦਾ ਆ, ਤੁਸੀਂ ਵੀ ਬਾਣੀ ਪੜ੍ਹਦੇ ਹੋ। ਜਿਹੜੇ ਵੀਰ ਭਰਾ ਬਾਣੀ ਪੜ੍ਹਦੇ ਨੇ, ਗੁਰੂ ਸਾਹਿਬ ਨੇ ਗਊ ਦੀ ਗੱਲ ਨਹੀਂ ਕੀਤੀ ਬਾਣੀ 'ਚ, ਮਹਾਰਾਜ ਨੇ ਗਰੀਬ ਦੀ ਗੱਲ ਕੀਤੀ, ਗਰੀਬ ਦੀ ਗੱਲ ਕੀਤੀ ਹੈ ਬਾਣੀ 'ਚ, ਗਰੀਬ ਦੀ ਰੱਖਿਆ ਦੀ ਗੱਲ ਕੀਤੀ ਹੈ, ਗਰੀਬ ਦੀ ਸੇਵਾ ਦੀ ਗੱਲ ਕੀਤੀ ਹੈ। ਪਰ ਕਿਤੇ ਵੀ ਮਹਾਰਾਜ ਨੇ ਗਊ ਦੀ ਗੱਲ ਬਾਣੀ 'ਚ ਨਹੀਂ ਕੀਤੀ। ਜੇ ਕੀਤੀ ਹੈ ਤੇ ਮੈਨੂੰ ਲੱਭ ਕੇ ਦਿਖਾ ਦਿਓ। ਮਾਫ ਕਰਨਾ ਭਾਗਾਂ ਵਾਲਿਓ, ਗਾਂ ਤੇ ਮੱਝ ਸਾਡੇ ਵਾਸਤੇ ਪਸ਼ੂ ਨੇ, ਸਾਡੇ ਵਾਸਤੇ ਮੱਝ ਤੇ ਗਾਂ ਬਰਾਬਰ ਨੇ, ਇਦੋਂ ਤੁਲ ਸਾਡੇ ਵਾਸਤੇ ਹੋਰ ਕੁਝ ਨਹੀਂ। ਸਾਡਾ ਮਾਂ ਪਿਓ ਇੱਕ ਤੇ ਉਹ ਹੈ ਜਿਹਨੇ ਸਾਨੂੰ ਜਨਮ ਦਿੱਤਾ ਹੈ, ਤੇ ਦੂਸਰੇ ਨੰਬਰ ਦੇ ਉੱਤੇ ਸਾਡਾ ਮਾਂ ਪਿਓ ਸਾਡਾ ਗੁਰੂ ਹੈ, ਸਾਡਾ ਗੁਰੂ ਹੈ। ਸਾਡੀ ਮਾਂ ਵੀ ਗੁਰੂ ਹੈ, ਸਾਡਾ ਬਾਪ ਵੀ ਗੁਰੂ ਹੈ। ਹੁਣ ਧਿਆਨ ਦੇਣਾ ਸਾਧ ਸੰਗਤ, ਹੁਣ ਧਿਆਨ ਦੇਣਾ। ਇਹਨੇ ਆਟੇ ਦੀ ਗਊ ਬਣਾ ਕੇ ਕਸਮ ਖਾਦੀ, ਮਹਾਰਾਜ ਆਨੰਦਪੁਰ ਖਾਲੀ ਕਰ ਦਿਓ, ਤੁਹਾਨੂੰ ਕੁਝ ਨਹੀਂ ਕਹਿੰਦੇ, ਜਿੱਥੇ ਮਰਜ਼ੀ ਚਲੇ ਜਾਓ। ਤੇ ਮੁਗਲਾਂ ਵੱਲੋਂ ਕਾਜੀ ਵਲੀ ਹਸਣ ਆਉਂਦਾ ਏ, ਹੱਥ ਦੇ ਵਿੱਚ ਕੁਰਾਨ ਫੜੀਏ। ਉਸ ਕਾਜੀ ਨੇ ਕੁਰਾਨ ਦੇ ਉੱਤੇ ਹੱਥ ਰੱਖ ਕੇ ਕਹਿੰਦਾ, ਕੀ ਕਹਿੰਦਾ ਏ, ਤਸ਼ਰੀਫ ਦਰਕਸ਼ ਬਾ ਕਾਂਗੜ ਕੁਨਦ ਵਜ੍ਹਾ ਪਸ ਮੁਲਾਕਾਤ ਬਾਹਮ ਸ਼ਬਦ। ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਮੈਂ ਕੁਰਾਨ ਦੇ ਉੱਤੇ ਹੱਥ ਰੱਖ ਕੇ ਕਸਮ ਖਾਨਾ, ਤੁਸੀਂ ਆਨੰਦਪੁਰ ਨੂੰ ਖਾਲੀ ਕਰਕੇ ਜਿੱਥੇ ਮਰਜ਼ੀ ਚਲੇ ਜਾਓ, ਮਹਾਰਾਜ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ, ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ। ਹੁਣ ਸਾਧ ਸੰਗਤ ਧਿਆਨ ਦੇਣਾ, ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਪਹਾੜੀ ਰਾਜਿਆਂ ਤੇ ਮੁਗਲ ਫੌਜਾਂ ਦੀਆਂ ਖਾਧੀਆਂ ਹੋਈਆਂ ਕਸਮਾਂ ਤੇ ਅਤਬਾਰ ਕਰਕੇ ਮਹਾਰਾਜ ਫੈਸਲਾ ਕਰਦੇ ਨੇ ਆਨੰਦਪੁਰ ਨੂੰ ਛੱਡਣ ਦਾ। ਮਹਾਰਾਜ ਫੈਸਲਾ ਕਰਦੇ ਨੇ ਆਨੰਦਪੁਰ ਨੂੰ ਛੱਡਣ ਦਾ। ਵੇਖੋ ਜੀ, ਕਿਸੇ ਵਿਦਵਾਨ ਨੇ ਬੜਾ ਸੋਹਣਾ ਲਿਖਿਆ ਹੈ,
ਕਿਸੇ ਵਿਦਵਾਨ ਨੇ ਕਿਹਾ ਵੀ ਇਸ ਸੰਸਾਰ ਦੇ ਅੰਦਰ ਜੇਕਰ ਸਭ ਤੋਂ ਜ਼ਿਆਦਾ ਕਿਸੇ ਨੇ ਕੁਰਾਨ ਦਾ ਅਦਬ ਕੀਤਾ, ਸਤਿਕਾਰ ਕੀਤਾ, ਤੇ ਉਹ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਕੀਤਾ। ਕਿਉਂ? ਕੁਰਾਨ ਦੀਆਂ ਕਸਮਾਂ ਖਾਣ ਵਾਲੇ ਕੁਰਾਨ ਦੀਆਂ ਕਸਮਾਂ ਖਾ ਕੇ ਮੁੱਕਰ ਗਏ, ਪਰ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਹਨਾਂ ਦੀਆਂ ਖਾਧੀਆਂ ਹੋਈਆਂ ਕਸਮਾਂ ਤੇ ਐਤਬਾਰ ਕਰਕੇ ਆਨੰਦਪੁਰ ਨੂੰ ਛੱਡਣ ਦਾ ਫੈਸਲਾ ਕਰ ਲਿਆ। ਆਨੰਦਪੁਰ ਨੂੰ ਛੱਡਣ ਦਾ ਫੈਸਲਾ ਕਰ ਲਿਆ। ਦੂਸਰੀ ਬੇਨਤੀ, ਮਹਾਰਾਜ ਇੱਥੇ ਕਹਿੰਦੇ ਨੇ ਔਰੰਗਜ਼ੇਬ, ਜੇ ਕਿਤੇ ਕਸਮ ਮੈਂ ਖਾਧੀ ਹੁੰਦੀ ਨਾ, ਜੇ ਕਿਤੇ ਕਸਮ ਮੈਂ ਖਾਧੀ ਹੁੰਦੀ, ਕਸਮ ਮੁਸਹਫੇ ਖਦੀ ਕਰ ਈ ਖੁਰਮ ਨਾ ਅਫਵਾਜ ਅਜੀ ਜੇਰ ਸੁਮ ਅਫਗਨਮ ਜਫਰਨਾਮਾ। ਕਲਗੀਧਰ ਕਹਿੰਦੇ ਨੇ ਕਸਮ ਮੁਸਹਫੇ ਖਦੀ, ਜੇ ਮੈਂ ਖਾਧੀ ਹੁੰਦੀ, ਕਸਮ ਮੁਸਹਫੇ ਖਦੀ ਗਰ ਈ ਖੁਰਮ ਨਾ ਅਫਵਾਜ ਅਜੀ ਜੇਰ ਸੁਮ ਅਫਗਨਮ। ਔਰੰਗਜ਼ੇਬ, ਤੇਰਾ ਇੱਕ ਕਾਜੀ ਆਇਆ ਨਾ, ਪਾਕ ਕੁਰਾਨ ਹੱਥ ਵਿੱਚ ਫੜੀ। ਕਮਾਲ ਦੀ ਗੱਲ ਹੈ, ਕੁਰਾਨ ਉੱਤੇ ਹੱਥ ਰੱਖ ਕੇ ਕਸਮ ਖਾ ਕੇ ਮੁੱਕਰ ਗਏ। ਪਰ ਔਰੰਗਜ਼ੇਬ, ਜੇ ਕਿਤੇ ਕਸਮ ਗੁਰੂ ਗੋਬਿੰਦ ਸਿੰਘ ਨੇ ਖਾਧੀ ਹੁੰਦੀ, ਜੋ ਮਰਜ਼ੀ ਹੋ ਜਾਂਦਾ, ਗੁਰੂ ਗੋਬਿੰਦ ਸਿੰਘ ਉਸ ਆਪਣੀ ਖਾਧੀ ਹੋਈ ਕਸਮ ਨੂੰ ਤੋੜ ਨਿਭਾਉਂਦਾ। ਮੈਂ ਕਦੀ ਵੀ ਡੋਲਣਾ ਨਹੀਂ ਸੀ, ਆਪਣੀ ਖਾਧੀ ਹੋਈ ਕਸਮ ਨੂੰ ਮੈਂ ਤੋੜ ਨਿਭਾਉਣਾ ਸੀ। ਔਰੰਗਜ਼ੇਬ, ਇਹ ਮੁਗਲ, ਇਹ ਤੁਹਾਡਾ ਕਾਜੀ ਜਿਹਨੇ ਕਸਮਾਂ ਖਾਧੀਆਂ ਤੇ ਕਸਮਾਂ ਖਾ ਕੇ ਉਹ ਮੁੱਕਰ ਗਿਆ ਤੇ ਸਾਡੇ ਉੱਤੇ ਹਮਲਾ ਕੀਤਾ, ਸਾਡੇ ਉੱਤੇ ਹਮਲਾ ਕੀਤਾ। ਤੇ ਮਹਾਰਾਜ ਕਹਿੰਦੇ ਹਮਲਾ ਕਾਹਦੇ ਨਾਲ ਕੀਤਾ? ਤਲਵਾਰਾਂ ਨਾਲ ਕੀਤਾ, ਤੀਰਾਂ ਦੇ ਨਾਲ ਕੀਤਾ। ਤੇ ਗੁਰੂ ਸਾਹਿਬ ਪਤਾ ਕੀ ਕਹਿੰਦੇ ਨੇ? ਗੁਰੂ ਸਾਹਿਬ ਕਹਿੰਦੇ, ਔਰੰਗਜ਼ੇਬ, ਮੈਂ ਨਹੀਂ ਸੀ ਚਾਹੁੰਦਾ ਮੈਂ ਕਿਰਪਾਨ ਚੁੱਕਾਂ, ਪਰ ਔਰੰਗਜ਼ੇਬ ਤੂੰ ਮੈਨੂੰ ਮਜਬੂਰ ਕੀਤਾ। ਬਾਲ ਲਚਾਰਗੀ ਦਰਮਿਆ ਆਮਦੰਦ ਬਾ ਤਦਬੀਰ ਤੀਰੋਂ ਤੁਫੰਗ ਆਮਦੰਦ। ਮੈਂ ਨਹੀਂ ਸੀ ਚਾਹੁੰਦਾ ਮੈਂ ਕਿਰਪਾਨ ਚੁੱਕਾਂ, ਮੈਂ ਨਹੀਂ ਸੀ ਚਾਹੁੰਦਾ ਮੈਂ ਮੈਦਾਨੇ ਜੰਗ ਵਿੱਚ ਲੜਾਂ, ਮੈਂ ਨਹੀਂ ਸੀ ਚਾਹੁੰਦਾ ਇਸ ਧਰਤੀ ਤੇ ਲਹੂ ਡੁੱਲੇ, ਪਰ ਔਰੰਗਜ਼ੇਬ ਤੂੰ ਮੈਨੂੰ ਮਜਬੂਰ ਕੀਤਾ। ਤੇਰੇ ਇਹ ਜਿਹੜੇ ਮੁਗਲ ਨੇ, ਇਹ ਤੇਰੇ ਸਿਪਾਹੀ ਨੇ, ਇਹ ਪਹਾੜੀ ਰਾਜੇ ਕਸਮਾਂ ਖਾ ਕੇ ਮੁੱਕਰ ਗਏ ਤੇ ਫਿਰ ਮੈਨੂੰ ਕਿਰਪਾਨ ਚੁੱਕਣੀ ਪਈ, ਮਜਬੂਰ ਹੋ ਕੇ ਕਿਰਪਾਨ ਚੁੱਕਣੀ ਪਈ। ਔਰ ਇਹ ਗੁਰੂ ਸਾਹਿਬ ਦਾ ਸਿਧਾਂਤ ਹੈ ਜੀ, ਗੁਰੂ ਸਾਹਿਬ ਦਾ ਸਿਧਾਂਤ ਹੈ। ਮਹਾਰਾਜ ਕਹਿੰਦੇ ਜਿੰਨਾ ਚਿਰ ਪਾਣੀ ਸਿਰ ਤੋਂ ਥੱਲੇ ਹੈ, ਸਿੱਖ ਨੇ ਨਿਮਰਤਾ ਦੇ ਵਿੱਚ ਰਹਿਣਾ ਹੈ, ਸਹਿਜ ਵਿੱਚ ਰਹਿਣਾ ਹੈ। ਪਰ ਜਦੋਂ ਪਾਣੀ ਸਿਰ ਤੋਂ ਉੱਪਰ ਲੰਘ ਗਿਆ, ਚੂੰ ਕਰ ਅਜ ਹਮਾ ਹੀਲ ਤੇ ਦਰ ਗੁਜਸ਼ਤ ਹਲਾਲ ਅਸ਼ਤ ਬੁਰਦਨ ਬਾ ਸ਼ਮਸ਼ੀਰ ਦਸਤ। ਉਦੋਂ ਗੁਰੂ ਦੇ ਸਿੱਖ ਨੇ ਸ਼ਸਤਰ ਨੂੰ ਹੱਥ ਪਾਉਣਾ ਹੈ, ਉਦੋਂ ਗੁਰੂ ਦੇ ਸਿੱਖ ਨੇ ਸ਼ਸਤਰ ਨੂੰ ਹੱਥ ਪਾਉਣਾ ਹੈ। ਹੁਣ ਸਾਧ ਸੰਗਤ ਧਿਆਨ ਦੇਣਾ, 20 ਦਸੰਬਰ 6 ਪੋਹ ਦੀ ਰਾਤ ਨੂੰ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਅੱਜ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣਾ ਹੈ, ਆਨੰਦਪੁਰ ਨੂੰ ਛੱਡਣਾ ਹੈ। ਕਿਸੇ ਇਤਿਹਾਸਕਾਰ ਨੇ ਬੜਾ ਸੋਹਣਾ ਲਿਖਿਆ ਹੈ, ਮਾਹੀ ਦੇ ਵਿਛੋੜੇ ਵਾਲੀ ਰਾਤ ਆਈ ਕਹਿਰ ਦੀ, ਗਲੀ ਗਲੀ ਰੋਂਦੀ ਏ ਅੱਜ ਆਨੰਦਪੁਰ ਸ਼ਹਿਰ ਦੀ। ਭਾਗਾਂ ਵਾਲਿਓ, ਜਿੱਥੇ ਅਸੀਂ ਰਹਿੰਦੇ ਹੋਈਏ, ਜਿੱਥੇ ਅਸੀਂ ਰਹਿੰਦੇ ਹੋਈਏ, ਜਿੱਥੇ ਅਸੀਂ ਆਪਣਾ ਬਚਪਨ ਬਤੀਤ ਕੀਤਾ ਹੋਵੇ, ਜ਼ਿੰਦਗੀ ਬਤੀਤ ਕੀਤੀ ਹੋਵੇ, ਜਿਨ੍ਹਾਂ ਘਰਾਂ ਦੇ ਨਾਲ ਸਾਡੀਆਂ ਯਾਦਾਂ ਜੁੜੀਆਂ ਹੋਣ, ਸਾਡਾ ਨੇਹ ਹੋਵੇ, ਜਿਨ੍ਹਾਂ ਗਲੀਆਂ ਦੇ ਵਿੱਚ ਅਸੀਂ ਖੇਡੇ ਹੋਈਏ, ਜਿਨ੍ਹਾਂ ਗਲੀਆਂ ਨਾਲ ਸਾਡੀਆਂ ਯਾਦਾਂ ਜੁੜੀਆਂ ਹੋਵੇ, ਸਾਡੇ ਨੇਹ ਹੋਣ, ਤੇ ਭਾਗਾਂ ਵਾਲਿਓ ਕਿਸੇ ਕਾਰਨ ਕਰਕੇ ਸਾਨੂੰ ਉਹ ਆਪਣਾ ਘਰ, ਸਾਨੂੰ ਉਹ ਆਪਣਾ ਨਗਰ, ਉਹ ਗਲੀਆਂ ਉਹ ਛੱਡਣੀਆਂ ਪੈ ਜਾਣ, ਤੇ ਮੈਂ ਕਹਿੰਦਾ ਕਿਤੇ ਮਹਿਸੂਸ ਕਰਕੇ ਵੇਖੋ ਸਾਡੇ ਦਿਲ ਦੇ ਉੱਤੇ ਕੀ ਬੀਤੇਗੀ। ਅੱਜ ਸਾਡੇ ਭੈਣ ਭਰਾ ਵਿਦੇਸ਼ਾਂ ਦੇ ਵਿੱਚ ਰਹਿੰਦੇ ਨੇ, ਅੱਜ ਸਾਡੇ ਭੈਣ ਭਰਾ ਵਿਦੇਸ਼ਾਂ ਵਿੱਚ ਰਹਿੰਦੇ ਨੇ। ਤੁਹਾਡੇ ਵਿੱਚੋਂ ਬਹੁਤੀਆਂ ਮਾਵਾਂ, ਬਹੁਤੇ ਪਿਤਾ ਬੈਠੇ ਹੋਣਗੇ ਜਿਨ੍ਹਾਂ ਦੇ ਧੀਆਂ ਪੁੱਤ ਵਿਦੇਸ਼ਾਂ 'ਚ ਰਹਿੰਦੇ ਨੇ, ਰਹਿੰਦੇ ਵਿਦੇਸ਼ਾਂ ਦੇ ਵਿੱਚ ਨੇ, ਸਾਰਾ ਦਿਨ ਕੰਮਕਾਰ ਕਰਦੇ ਨੇ, ਡਾਲਰ ਪਾਉਂਡ ਕਮਾਉਂਦੇ ਨੇ, ਪਰ ਸੁਰਤ 24 ਘੰਟੇ ਆਪਣੇ ਪਿੰਡ ਦੇ ਵਿੱਚ ਹੁੰਦੀ ਹੈ, ਆਪਣੇ ਸ਼ਹਿਰ ਵਿੱਚ ਹੁੰਦੀ ਹੈ, ਆਪਣੇ ਘਰ ਦੇ ਵਿੱਚ ਹੁੰਦੀ ਹੈ, ਤੇ ਆਪਣੇ ਮਾਂ ਪਿਓ ਦੇ ਵਿੱਚ ਹੁੰਦੀ ਹੈ। ਸੁਰਤ 24 ਘੰਟੇ, ਸੁਰਤ 24 ਘੰਟੇ ਪਿੱਛੇ ਹੁੰਦੀ ਹੈ। ਤੇ ਵੇਖੋ ਸਾਧ ਸੰਗਤ, ਆਨੰਦਪੁਰ ਸਾਹਿਬ, ਉਹ ਆਨੰਦਪੁਰ ਸਾਹਿਬ ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣਾ ਬਚਪਨ ਬਿਤਾਇਆ,
बड़ियां यादां जुड़ियां। बड़े कौतुक गुरु गोबिंद सिंह साहब ने आनंदपुर की धरती ते कीते, बड़े चोज वरताए धन गुरु गोबिंद सिंह साहब ने आनंदपुर साहब की धरती ते। मैं कहना आनंदपुर का नां ही धन गुरु गोबिंद सिंह सच्चे पातशाह महाराज तो पिया सी। पहला नाम चक नानकी सी, चक नानकी। ते जदों गुरु तेग बहादुर साहब पटने तो महाराज नूं मिलदे ने ते चक नानकी आउंदे ने, महाराज फिर इत्थों एक चिट्ठी लिखदे ने अपनी पत्नी नूं भी तुसीं हुण वापस इत्थे चक नानकी आ जाओ। ते जदों मां गुजर कौर गुरु गोबिंद सिंह साहब इत्थे चक नानकी आउंदे ने ते आनंदपुर साहब की धरती ये चक नानकी जिन्हों पहला कहा जाता सी, जदों महाराज इत्थे पहुँचते ने ते सच जाणिओ गुरु तेग बहादुर साहब कहंदे ने लाल जी अज दिल करदा है मैं अपने पुत्र की रसना तो आनंद साहब का पाठ सुना, अपने पुत्र की रसना तो आनंद साहब का पाठ सुना। इत्थे मैं बेनती करांगा 9 साल की उम्र दे विच धन साहिब श्री गुरु गोबिंद सिंह महाराज नूं पूरा गुरु ग्रंथ साहब मूँह जबानी याद सी, पूरा गुरु ग्रंथ साहब मूँह जबानी कंठ सी। हुण ध्यान देना साध संगत, गुरु गोबिंद सिंह साहब आनंद साहब का पाठ करते हैं। जदों महाराज प्यार नाल शरधा नाल भावना नाल उच्ची गा के आनंद साहब का पाठ करते हैं, आनंद साहब की बाणी पढ़ते हैं ते जिन्नियां सिख संगतां कोल बैठियां ने गुरु तेग बहादुर साहब नूं कहंदियां ने गुरु तेग बहादुर साहब जी तुहाडे लाल दे कोलों तुहाडे फरजंद दे कोलों अज आनंद साहब का पाठ सुनिया, मारे तुहाडे पुत ने इन्ने प्यार नाल आनंद साहब का पाठ किया, इंज लग रहा जिवें चारे पासे आनंद ही आनंद वरस रहा होवे। ते महाराज कहंदे ने जे मेरे लाल ने बाणी पढ़ी है ते चारे पासे आनंद ही आनंद वरस रहा है, ते अज तो इस नगर का नाम चक नानकी नहीं बल्कि अज तो इस नगर का नाम आनंदपुर साहब होवेगा। आनंदपुर साहब ते ओ आनंदपुर जिहड़ा आनंदां दी पुरी है, आनंदां दी पुरी। ते मैं बेनती करां जी, मैं 3 साल आनंदपुर साहब की धरती ते रहा, मैं उत्थे पढ़िया ते मैं बेनती करां दुनिया के किसी खिते विच इन्ना आनंद नहीं जिन्ना आनंद आनंदपुर साहब की धरती दे उत्ते है, जिन्ना आनंद आनंदां दी पुरी दे विच है। हुण साध संगत जिस आनंदपुर का ना ही गुरु साहब तो पिया होवे, जिस गुरु ने बचपन बतीत किया होवे, जिस गुरु ने लखां चोज वरताए होण, लखां कौतक वरताए होण, भागां वालिओ अज धन गुरु गोबिंद सिंह साहब नूं ਉਹ आनंदपुर का किला छड्डना पै रहा है, आनंदपुर छड्डना पै रहा है। महसूस करो जिथे जिथे बैठे हो की बीती होवेगी गुरु गोबिंद सिंह साहब के दिल के उत्ते, की बीती होवेगी। ते विद्वान कहंदा माही दे विछोड़े वाली रात आई कहर दी गली गली रोंदी है, आनंदपुर शहर दी गलियां रोईयां, घर रोए, रुख रोए, हर चीज आनंदपुर दी रोई, हर चीज आनंदपुर दी भी ऐ गुरु गोबिंद सिंह साहब तुसी हो ते आनंदपुर दी शान है। महाराज तुसी मैनू छड्ड के ना जाओ नहीं ते आनंदपुर खत्म हो जाएगा, आनंदपुर खत्म हो जाएगा। गुरु गोबिंद सिंह साहब कहंदे ऐ आनंदां दी पुरीए फिक्र ना कर, चिंता ना कर, असी जावांगे, साडे जाण तो बाद हजारां सिख संगतां आनंदपुर की धरती ते नकमस्तक होणगियां, रहिंदी दुनिया तक आनंदपुर की धरती ते रौनकां लगदियां रहणगियां, रहिंदी दुनिया तक इस आनंदपुर की धरती ते रौनकां लगदियां रहणगियां। हुण साध संगत धन साहिब श्री गुरु गोबिंद सिंह सच्चे पातशाह महाराज आनंदपुर का किला छड्डदे ने अद्धी रात नूं, बरसाती मौसम है, कहरां दी ठंड है, तन दे कपड़े भी पतले ने। अज 7 महीने हो गए ना प्रशादा खादा है, ना पीण वास्ते पानी है, जो कुछ भी किले दे अंदर है ओह ही माड़ा मोटा सवेरे शाम सिंह सकदे ने। ते अज धन साहिब श्री गुरु गोबिंद सिंह सच्चे पातशाह महाराज परिवार समेत, सतगुरु पातशाह परिवार समेत 20 दसंबर की रात नूं 6 पोह की रात नूं आनंदपुर साहब नूं खाली करते हैं। इत्थों फिर धन गुरु गोबिंद सिंह साहब सरसा के कंढे ते पहुँचते हैं। इत्थे जंग हुंदी है, परिवार का विछोड़ा पैंदा है। महाराज इत्थों फिर चमकौर वाल नूं जांदे ने,
ਚਮਕੌਰ ਦੀ ਉਹ ਸਾਰੀ ਗੜੀ ਦਾ ਇਤਿਹਾਸ, ਇਹ ਸਾਰੀਆਂ ਵਿਚਾਰਾਂ ਜੋ ਰਾਤ ਨੂੰ ਦੀਵਾਨ ਹੈ ਉਹਦੇ ਵਿੱਚ ਦਾਸ ਨੇ ਇੱਥੋਂ ਅਗਲੇਰਾ ਇਤਿਹਾਸ ਆਪ ਜੀ ਦੇ ਨਾਲ ਸਾਂਝਾ ਕਰਨਾ। ਜਿੱਦਾਂ ਹੁਣ ਤੁਸੀਂ ਹਾਜ਼ਰੀਆਂ ਭਰ ਕੇ ਜੀਵਨ ਸਫਲਾ ਕਰ ਰਹੇ ਹੋ, ਇਸੇ ਤਰ੍ਹਾਂ ਰਾਤ ਦੇ ਸ਼ਾਮਾਂ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਤੁਸੀਂ ਆਪਣਾ ਜਿਹੜਾ ਜੀਵਨ ਹੈ ਸਫਲਾ ਬਣਾਉਣਾ ਹੈ। ਅਗਲੇਰਾ ਇਤਿਹਾਸ ਜਿਹੜਾ ਹੈ ਉਹ ਸਰਵਣ ਕਰਨਾ ਹੈ। ਅਸੀਂ ਬੜੇ ਭਾਗਾਂ ਵਾਲੇ ਹਾਂ, ਸਾਨੂੰ ਸਾਡੇ ਗੁਰੂ ਨੇ ਏਡੇ ਅਮੀਰ ਵਿਰਸੇ ਦਾ ਜਿਹੜਾ ਹੈ ਉਹ ਵਾਰਸ ਬਣਾਇਆ, ਏਡਾ ਅਮੀਰ ਵਿਰਸਾ ਸਾਨੂੰ ਦਿੱਤਾ ਹੈ। ਹਮ ਤਨਵੰਤ ਭਾਗਟ ਸਚ ਨਾਏ, ਹਰ ਗੁਣ ਗਾਏ ਸਹਿਜ ਸੁਭਾਏ, ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਪਿਆ ਨਿਦਾਨਾ। ਕਿੱਦਾਂ ਮਹਾਰਾਜ ਆਨੰਦਪੁਰ ਤੋਂ ਨਿਕਲਦੇ ਨੇ, ਕਿੱਦਾਂ ਸਤਿਗੁਰੂ ਪਾਤਸ਼ਾਹ ਅਗਲੇਰਾ ਪੜਾ ਕਰਦੇ ਨੇ, ਇਹ ਸਾਰੀਆਂ ਵਿਚਾਰਾਂ ਦਾਸ ਆਉਣ ਵਾਲੇ ਸਮੇਂ ਦੇ ਵਿੱਚ ਸਾਂਝੀਆਂ ਕਰੇਗਾ। ਕਿਆ ਦਸ਼ਮੇਸ਼ ਪਿਤਾ ਤੇਰੀ ਬਾਤ ਕਹੂੰ, जो तूने पर उपकार किए, एक खालस खालसा पंथ सजा, जातों के भेद निकाल दिए, इस तेग के बेटे तेग पकड़, दुखियों के काट जंजाल दिए, इस वतन और मुल्क की खिदमत में कहीं बाप दिया कहीं लाल दिए, कहीं बाप दिया कहीं लाल दिए। इन्नियां बेनतियां प्रवान करनियां, कथा करदियां, गुरमत दी विचार करदियां, एक नहीं बेअंत भुल्लां गलतियां होईयां हन। वाहिगुरू सारिआं नूं चढ़दी कला बख्शण। बाणी पढ़िए, रब की भगती करिए, सहज पाठ करिए। फतेह बुलाओ जी। वाहिगुरू जी का खालसा, वाहिगुरू जी की फतेह।